ਤੁਸੀਂ ਗਏ ਤਾਂ ਕੇਸਗੜ੍ਹ ਸਾਹਿਬ ਪੰਥਕ ਮਸਲੇ ਤੇ, ਬੇਅਦਬੀ ਮਸਲੇ ਤੇ, ਉੱਥੇ ਵੀ ਤੁਸੀਂ ਕਿਸਾਨ ਆਗੂਆਂ ਦੀ ਨਿੰਦਿਆ, ਕਿਸਾਨ ਮਸਲਾ ਵਿੱਚ ਲਿਆਉਂਦਾ। ਤੁਸੀਂ ਕਿਤੇ ਵੀ ਜਾਂਦੇ ਹੋ ਸਿਰਫ ਅਸੀਂ ਨਿੰਦਿਆ ਹੀ ਕਰ ਰਹੇ ਹਾਂ। ਜਿੱਦਣ ਦੇਖਿਓ ਹੁਣ ਤੱਕ ਸਿਰਫ ਨਿੰਦਿਆ ਕੀਤੀ ਹੈ, ਮਾੜੇ ਨੇ ਕਿਸਾਨ ਆਗੂ ਮਾੜੇ ਨੇ, ਕਿਸਾਨਾਂ ਦਾ ਇਹ ਲੋਕਾਂ ਦਾ ਪੰਜਾਬ ਦਾ ਅੰਦੋਲਨ ਹੈ। ਜੇ ਪੰਜਾਬ ਦਾ ਅੰਦੋਲਨ ਹੈ, ਜੇ ਕਿਸਾਨ ਆਗੂ ਮਾੜੇ ਨੇ, ਤੁਸੀਂ ਕੀ ਕਰ ਰਹੇ ਹੋ? ਤੁਸੀਂ ਕਹਿੰਦੇ ਹੋ ਯੂਥ ਸਾਡੇ ਨਾਲ ਹੈ, ਸਾਰੇ ਲੋਕ ਸਾਡੇ ਨਾਲ ਨੇ, ਉਹਨਾਂ ਮਗਰ ਕੋਈ ਨਹੀਂ, ਇਹ ਬੁੜਿਆਂ ਮਗਰ ਕੋਈ ਨਹੀਂ, ਬੜੇ ਮਤਲਬ ਪੁਰਾਣੀ ਮੱਤ ਦੇ ਨੇ। ਤੁਸੀਂ ਕੀ ਕਰ ਰਹੇ ਹੋ? ਤੁਸੀਂ 26 ਜਨਵਰੀ ਤੋਂ ਬਾਅਦ ਕਿੰਨੀ ਵਾਰ ਗਏ ਹੋ? ਤੁਸੀਂ ਉੱਥੇ ਆਪਦਾ ਮੋਰਚਾ ਕਿਉਂ ਨਹੀਂ ਲਾਉਂਦੇ? ਫਿਰ ਤੁਹਾਨੂੰ ਸਿੰਘੂ ਬਾਰਡਰ ਹੀ ਕਿਉਂ ਦਿਖਦਾ? ਉੱਥੇ ਸੜਕਾਂ ਹੋਰ ਨੇ। ਤੁਸੀਂ ਕਹਿੰਦੇ ਹੋ ਇਹ ਕਹਿਣ ਅਸੀਂ ਦਿੱਲੀ ਦੀ ਹਿੱਕ 'ਚ ਵੱਜਾਂਗੇ, ਤਾਂ ਵੱਜੋ, ਕੌਣ ਰੋਕਦਾ? ਤੁਸੀਂ ਅਗਵਾਈ ਕਰੋ। ਲੱਖਾ ਸਿਧਾਣਾ ਬਾਈ ਆ, ਉਹ ਹਰ ਮੇਲਾ ਦਾ ਵੀ ਮਹੀਨੇ 'ਚ ਇੱਕ ਵਾਰ ਜੱਥਾ ਲੈ ਕੇ ਜਾਂਦਾ, ਸੰਗਤ ਜਾਂਦੀ ਨਾ, ਨੌਜਵਾਨ ਜਾਂਦਾ ਨਾ ਉਹਦੇ ਨਾਲ, ਉਹ ਰਹਿੰਦੇ ਵੀ ਨਹੀਂ ਉੱਥੇ, ਠੀਕ ਹੈ ਨਾ। ਇੱਥੇ ਵੀ ਇਕੱਠ ਕਰਦਾ, ਤੁਸੀਂ ਇਕੱਠ ਤਾਂ ਕਰਕੇ ਦਿਖਾਓ। ਤੁਸੀਂ ਲੱਖੇ ਦੇ ਮੋਢੇ ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ, ਉਹਨੇ ਚੜ੍ਹਾਇਆ ਨਹੀਂ, ਹੁਣ ਤੁਸੀਂ ਫੇਰ ਭੰਡਣ ਲੱਗ ਗਏ। ਜਦੋਂ ਉਹਨੇ ਤੁਹਾਨੂੰ ਉਹਦੀਆਂ ਗੱਲਾਂ ਦੇ ਜਵਾਬ ਨਹੀਂ ਆਏ, ਫਿਰ ਉਹਦੀ ਕਿਰਦਾਰ ਕੁਸ਼ੀ ਕਰਨ ਲਈ ਤੁਸੀਂ ਧਰਮ ਦਾ ਸਹਾਰਾ ਲੈਂਦੇ ਹੋ। ਤੁਸੀਂ ਉੱਥੇ ਧਰਨਾ ਲਾਇਆ ਸੀ, ਤੁਸੀਂ ਉਹ ਧਰਨਾ ਕਿਹਦੇ ਤੋਂ ਪੁੱਛ ਕੇ ਚੱਕਿਆ? ਤੁਸੀਂ ਸੰਗਤ ਨੂੰ ਬੇਵਕੂਫ ਬਣਾਇਆ ਕਿ ਉੱਥੇ ਅਸੀਂ ਤੁਹਾਨੂੰ ਕੀ ਕਿ ਤੁਸੀਂ ਵਿਕ ਗਏ ਸੀ। ਅੱਜ ਉਹ ਧਰਨਾ ਕਿੱਥੇ ਆ ਜਿਹੜਾ SGPC 'ਚ ਲਾਇਆ ਸੀ 327 ਸਰੂਪਾਂ ਦਾ, ਰਾਜਪੁਰੇ ਵਾਲੇ ਪਰਵਾਨਾ ਤੇ? ਇਹਨਾਂ ਨੇ ਇੱਕ ਵੀ ਪੋਸਟ ਦਿਖਾ ਦਿਓ ਦੀਪ ਸਿੱਧੂ ਦੀ ਉਹਨਾਂ ਦੇ ਹੱਕ 'ਚ ਕਿ ਗਲਤ ਹੋਇਆ, ਜਾਂ ਇੱਕ ਦਿਨ ਵੀ ਇਕੱਠ ਕੀਤਾ ਹੋਵੇ। ਮੋਹਾਲੀ ਸੁਹਾਣਾ ਸਾਹਿਬ ਇਕੱਠ ਕੀਤਾ ਪਰਵਾਨਾ ਜੀ ਦੇ ਵਾਸਤੇ, ਇਹ ਬੰਦੇ ਆਏ ਨਹੀਂ, ਠੀਕ ਹੈ ਨਾ। ਜਿੱਦਣ ਬਾਹਰ ਆ ਕੇ ਜਾ ਕੇ ਫਿਰ ਜਾ ਬੜੇ ਬੰਦੇ ਕਿ ਤੁਸੀਂ ਆਪਦੇ ਬੰਦਿਆਂ ਨਾਲ ਤਾਂ ਤੁਸੀਂ ਖੜਦੇ ਨਹੀਂ, ਤੇ ਨਿੰਦਦੇ ਹੋ ਤੁਸੀਂ ਕਿਸਾਨ ਆਗੂਆਂ ਨੂੰ। ਕਿਸਾਨ ਆਗੂ ਤਾਂ ਇੱਕ ਵੀ ਨਹੀਂ ਵਾਪਸ ਮੁੜਿਆ, ਉਹ ਤਾਂ 32 ਦੀਆਂ 32 ਜਥੇਬੰਦੀਆਂ ਉੱਥੇ ਖੜੀਆਂ ਨੇ। ਤੁਸੀਂ ਪਰਵਾਨਾ ਸਾਹਿਬ ਦਾ ਕਿਸੇ ਵੀ ਤੁਹਾਡੇ ਤੇ ਕਿਤੇ ਦੁਬਾਰਾ ਪਰਚਾ ਨਾ ਪੈ ਜੇ, ਤੂੰ ਸਾਥ ਨਹੀਂ ਦੇ ਸਕੇ, ਤੇ ਪਰਚੇ ਤੋਂ ਡਰਦੇ ਕਿ ਕਿਤੇ ਤੁਹਾਡੇ ਫੰਡ ਵੀ ਨਾ ਖੋਲੇ ਜਾਣ, ਹਾਂ ਕੱਲ ਨੂੰ ਤੁਹਾਡੇ ਤੇ ਐਕਸ਼ਨ ਆ ਜੇ। ਤੇ ਤੁਸੀਂ ਕਰਦੇ ਹੋ ਕਿ ਅਸੀਂ ਇਹਨਾਂ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ। ਮੈਨੂੰ ਇੱਕ ਵੀ ਪੋਸਟ ਦਿਖਾ ਦਿਓ, ਪੋਸਟ ਤਾਂ ਦੁਬਾਰਾ ਪੈ ਨਹੀਂ ਲੱਗੀ ਪਿਛਲੀ ਡੇਟ 'ਚ, ਇੱਕ ਵੀ ਪੋਸਟ ਦਿਖਾ ਦਿਓ ਪਰਵਾਨਾ ਜੀ ਦੇ ਹੱਕ 'ਚ, ਮੈਂ ਕਹੂੰਗਾ ਵੀ ਹਾਂ ਇਹ ਬੰਦੇ ਸੱਚੇ ਸੁੱਚੇ ਆ। ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਅਸੀਂ ਇਲੈਕਸ਼ਨ ਲੜਨੇ ਨਹੀਂ, ਦੂਜੇ ਪਾਸੇ ਤਲਵਾੜਾ ਸਾਹਿਬ ਤੁਸੀਂ ਬਾਹਰ ਆਉਂਦੇ ਨੇ, ਤੁਸੀਂ ਉਹਨੂੰ ਮਿਲਣ ਜਾਂਦੇ ਹੋ, ਤਲਵਾੜਾ ਸਾਹਿਬ ਕਹਿੰਦੇ ਨੇ ਸਾਡਾ ਅਸੀਂ ਮੁੱਖ ਮੰਤਰੀ ਬਣਾਉਣਾ ਦੀਪ ਸਿੱਧੂ ਨੂੰ। ਤੁਸੀਂ ਮਹਾਰਾਜ ਰੈਲੀ ਹੁੰਦੀ ਹੈ, ਤਲਵਾੜਾ ਸਾਹਿਬ ਦਾ ਬਿਆਨ ਹੈ ਕਿ ਮੁੱਖ ਮੰਤਰੀ ਬਣਾਉਣਾ ਹੈ। ਫਿਰ ਤੁਸੀਂ ਕਹਿੰਦੇ, ਫਿਰ ਦੂਜੇ ਪਾਸੇ ਤੁਸੀਂ ਵਾਰਸ ਪੰਜਾਬ ਦੇ ਬਣਾਉਣਾ ਹੈ, ਢਾਂਚਾ ਬਦਲਣਾ ਪਊ। ਢਾਂਚਾ ਕਿਵੇਂ ਬਦਲੋਗੇ ਬਈ? ਤੁਸੀਂ ਕਲੀਅਰ ਤਾਂ ਹੋ ਨਾ ਕਿ ਤੁਸੀਂ ਇਲੈਕਸ਼ਨ ਲੜਨੇ। ਤਲਵਾੜਾ ਸਾਹਿਬ ਅੱਜ ਤੱਕ ਇਹ ਦੱਸਣ ਕਿ ਕਿਸਾਨ, ਤੁਸੀਂ ਕਹਿੰਦੇ ਹੋ ਵੀ ਜੇਲ੍ਹਾਂ ਹੋਈਆਂ, ਤੁਹਾਨੂੰ ਜੇਲ੍ਹ ਕਾਹਦੀ ਹੋਈ ਆ ਬਈ? ਤੁਸੀਂ ਕਿਸਾਨ ਮਸਲੇ 26 ਜਨਵਰੀ 'ਚ ਜੇਲ੍ਹ ਗਏ, ਜਾਂ ਤੁਹਾਡਾ ਕੋਈ ਹੋਰ ਕੇਸ ਸੀ ਉਹਦੇ 'ਚ ਗਏ ਹੋ ਤੁਸੀਂ ਜੇਲ੍ਹ? ਤੁਸੀਂ ਆਪ ਤਾਂ ਸੱਚ ਬੋਲੋ। ਧਰਮ ਦਾ ਸਹਾਰਾ ਲੈ ਕੇ, ਜਿਵੇਂ BJP ਕਰਦੀ ਹੈ ਵੀ ਜੈ ਸ਼੍ਰੀ ਰਾਮ, ਧਰਮ ਦਾ ਸਹਾਰਾ ਲੈ ਕੇ ਕਿ ਹਿੰਦੂ ਖਤਰੇ 'ਚ ਹੈ, ਉਵੇਂ ਸਿੱਖੀਜ਼ਮ ਨੂੰ ਖਤਰੇ 'ਚ ਕਰ ਦਿੰਦੇ ਆ, ਹੈ ਨਾ, ਕਿ ਸਾਡੀਆਂ ਫੀਲਿੰਗਸ ਨਾਲ ਖੇਡ ਲੈਂਦੇ ਆ, ਕਿ ਨਹੀਂ ਹੋਣਾ ਚਾਹੀਦਾ ਇੱਦਾਂ। ਦੀਪ ਨੂੰ ਪਤਾ ਹੈ ਜਾਂ ਲੱਖੇ ਨੂੰ ਪਤਾ ਵੀ ਪੰਜਾਬ ਵਧੀਆ ਬਣ ਸਕਦਾ ਹੈ, ਵੀ ਨੌਜਵਾਨ ਅੱਗੇ ਆਉਣਗੇ, ਨੌਜਵਾਨਾਂ ਦੇ ਨਾਲ ਜੇ ਅਗਵਾਈ ਕਰਨਗੇ ਵਧੀਆ ਬਣ ਸਕਦਾ। ਫਿਰ ਇਕੱਠੇ ਕਿਉਂ ਨਹੀਂ ਹੁੰਦੇ ਪਏ? ਕੀ ਮਸਲੇ ਨੇ ਇਕੱਠੇ ਨਾ ਹੋਣ ਦੇ? ਫਿਰ ਇਕੱਠੇ ਹੋ ਜਾਣ ਇੱਕ ਜਗ੍ਹਾ ਦੇ ਉੱਤੇ। ਇੱਕ ਬੰਦੇ ਨੂੰ ਲੱਗਦਾ ਕਿ ਮੈਂ ਹੀ ਸਿਆਣਾ, 4 ਸ਼ਬਦ ਇੰਗਲਿਸ਼ ਦੇ ਬੋਲ ਕੇ, ਕਿ ਮੇਰੇ ਤੋਂ ਵੱਧ ਸਿਆਣਾ ਨਹੀਂ, ਤੇ ਕਿਸੇ ਦੀ ਗੱਲ ਨਹੀਂ ਮੰਨਣੀ। ਅਸੀਂ ਪਹਿਲੇ ਦਿਨ ਤੋਂ ਮੀਟਿੰਗਾਂ 'ਚ ਵੇਖਦੇ ਆਏ ਹਾਂ, ਹੈ ਨਾ, ਕਿਸੇ ਦੀ। ਲੱਖੇ ਨਾਲ ਤਾਂ ਯੂਥ ਹੈਗਾ, ਲੱਖਾ ਤਾਂ ਪੰਜਾਬ ਲਈ ਕੰਮ ਕਰ ਰਿਹਾ। ਇਹਨਾਂ ਦੇ ਬੰਦੇ, ਕੁਝ ਬੰਦੇ ਬਾਹਰ ਬੈਠੇ ਕਹਿੰਦੇ ਜੀ ਲੱਖੇ ਨੇ ਕੀ ਹਾਸਲ ਕਰ ਲਿਆ ਪੋਚੇ ਮਾਰ ਕੇ, ਔਰ ਦੂਜੇ ਪਾਸੇ ਅਕਾਲੀ ਦਲ ਵੀ ਉਹ ਵੀ ਕਹਿੰਦੇ ਅਸੀਂ ਪੰਥਕ, ਉਹ ਕਹਿੰਦੇ ਅਸੀਂ ਕਿਸਾਨਾਂ ਦੇ ਮਸਲੇ ਤੇ ਗਏ ਹਾਂ। ਇੱਕ ਵੀ ਜਾਂ ਤਾਂ ਕਾਲੇ ਝੰਡੇ ਹੁੰਦੇ ਰੋਸ ਦੇ, ਜਾਂ ਇਹਨਾਂ ਦੇ ਝੰਡੇ ਹੁੰਦੇ ਕਿ ਕਿਸਾਨੀ ਵਾਲੇ। ਇੱਕ ਵੀ ਝੰਡਾ ਦਿਖਾ ਦਿਓ ਉੱਥੇ ਕਿਸਾਨੀ ਵਾਲਾ, ਸਾਰੇ ਅਕਾਲੀ ਦਲ ਦੇ ਝੰਡੇ ਸੀ। ਫਿਰ ਉੱਥੇ ਬੈਠੇ ਕਿਉਂ ਨਹੀਂ? ਬੈਠੇ ਉਹ ਤਾਂ ਉੱਥੇ ਲਾਉਂਦੇ ਪਾਰਲੀਮੈਂਟ ਅੱਗੇ ਮੋਰਚਾ, MLA MP ਜਾਂਦੇ ਸਾਰੇ ਲੋਕ ਬਈ, ਜਦੋਂ ਵੋਟ ਪਾਉਂਦੇ ਆ ਉਹ ਇਕੱਠੇ ਹੋ ਕੇ ਪਾਉਂਦੇ ਆ, ਤਖਤਾ ਤਾਂ ਇਕੱਠੇ ਹੋ ਕੇ ਪਲਟਦੇ ਆ ਨਾ। ਇਹ ਤਾਂ ਸਾਨੂੰ ਸਮਝਣਾ ਕਿ ਉਦੋਂ ਬਾਅਦ ਅਸੀਂ ਜੋ ਸਾਡੀ ਅਸਲੀ ਡਿਊਟੀ ਬਣਦੀ ਹੈ, ਉਦੋਂ ਅਸੀਂ ਭੋਗਾਂ ਤੇ ਵਿਆਹਾਂ ਤੱਕ ਲੀਡਰਾਂ ਨੂੰ ਸੀਮਿਤ ਕਰ ਲੈਂਦੇ ਹਾਂ। ਕਾਲੇ ਕਾਨੂੰਨ ਰੱਦ ਕਰਵਾਉਣ ਵਾਸਤੇ ਅੱਜ ਵੀ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਕਿਸਾਨ ਬੈਠੇ ਹੋਏ ਨੇ। ਕਈ ਕਿਸਾਨ ਉੱਥੇ ਸ਼ਹੀਦ ਵੀ ਹੋ ਗਏ ਨੇ। ਉਸ ਤੋਂ ਬਾਅਦ ਵੀ ਕਿਸਾਨਾਂ ਨੇ ਇੱਕੋ ਹੀ ਗੱਲ ਰੱਖੀ ਹੋਈ ਹੈ, ਜਦ ਤੱਕ ਕਾਨੂੰਨ ਵਾਪਸ ਨਹੀਂ ਹੋਣਗੇ, ਉਹ ਵਾਪਸ ਨਹੀਂ ਆਉਣਗੇ। ਤਾਂ ਕਈ ਲੋਕ ਟਰਾਲੀਆਂ ਲੈ ਕੇ ਜਾਂਦੇ ਨੇ, ਵਾਦੀਆਂ ਬੰਨ ਲੀਆਂ ਨੇ ਪਿੰਡ ਦੇ ਵਿੱਚ, ਵਾਦੀਆਂ ਦੇ ਨਾਲ ਜਾਂਦੇ ਨੇ ਤੇ ਵਾਦੀਆਂ ਨਾਲ ਵਾਪਸ ਵੀ ਆਉਂਦੇ ਨੇ। ਤੇ ਸਾਡੇ ਨਾਲ ਮੌਜੂਦ ਨੇ ਗੱਲਾ ਵੜੈਚ ਜਾ ਕੇ ਕੁਛ ਦਿਨ ਪਹਿਲਾਂ ਜਾ ਕੇ ਆਏ ਸੀ ਕਿਸਾਨੀ ਮੋਰਚੇ ਉੱਤੇ। ਆਪਾਂ ਗੱਲਬਾਤ ਕਰਾਂਗੇ। ਸਿੰਘੂ ਜਾ ਕੇ ਆਏ ਸੀ। ਤਾਂ ਦੂਸਰੇ ਪਾਸੇ ਸਬਰ ਵੀ ਰੱਖਣਾ ਪੈਣਾ, ਸਬਰ ਦੇ ਨਾਲ ਚੱਲੋਗੇ ਤਾਂ ਜਿੱਤ ਵੀ ਹੋਊਗੀ। ਜੇ ਹੋਛਾਪਨ ਤੇ ਕਾਲੀਪਨ ਵਿੱਚ ਕੋਈ ਵੀ ਗਲਤੀ ਕਰ ਲਈ ਤਾਂ ਸਰਕਾਰ ਨੂੰ ਮੌਕਾ ਮਿਲ ਜਾਣਾ। ਉਹ ਸਰਕਾਰ ਕੋਲ ਸਾਰਾ ਤੰਤਰ, ਉਹ ਤਾਮਝਾਮ ਹੈਗਾ ਜਿਸ ਨਾਲ ਉਹ ਭੰਡਣਾ ਸ਼ੁਰੂ ਕਰ ਦਿੰਦੀ ਹੈ। ਇਹ ਸ਼ੁਰੂਆਤ ਹੋਈ ਸੀ 26 ਨਵੰਬਰ ਤੋਂ, ਜਦੋਂ ਕਿਸਾਨ ਗਏ ਸੀ। ਅਲੱਗ-ਅਲੱਗ ਤਰੀਕੇ ਦੇ ਨਾਲ ਕਿਸਾਨਾਂ ਨੂੰ ਬਦਨਾਮ ਵੀ ਕੀਤਾ ਗਿਆ ਸੀ। ਤਾਂ ਗੱਲਬ ਸਾਡੇ ਨਾਲ ਨੇ। ਸਵਾਲ ਦੀ ਸ਼ੁਰੂਆਤ ਇੱਥੋਂ ਕਰਾਂਗੇ ਕਿ ਵਾਕਈ ਹੀ ਸ਼ਾਂਤਪੂਰਵਕ ਬੈਠ ਕੇ ਇਸ ਜੰਗ ਨੂੰ ਜਿੱਤਿਆ ਜਾ ਸਕਦਾ।
ਗੱਲੋ ਜੀ ਪੰਜਾਬ ਨਿਊਜ਼ 'ਤੇ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਪੰਜਾਬ ਨਿਊਜ਼ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰੇ। ਪਹਿਲਾਂ ਮੇਰਾ ਸਵਾਲ ਇਹ ਹੈ ਕਿ ਤੁਸੀਂ ਵੀ ਕਿਸਾਨੀ ਮੋਰਚੇ ਤੇ ਜਾ ਕੇ ਆਉਂਦੇ ਹੋ, ਉੱਥੇ ਬੈਠਦੇ ਹੋ, ਜਾ ਕੇ ਗੱਲਬਾਤ ਵੀ ਹੁੰਦੀ ਹੈ। ਮੈਂ ਜਿਵੇਂ ਜ਼ਿਕਰ ਕਰ ਰਿਹਾ ਸੀ ਵੀ ਵਾਦੀਆਂ ਬੰਨੀਆਂ ਹੋਈਆਂ ਪਿੰਡ ਦੇ ਲੋਕਾਂ ਨੇ, ਕੋਈ ਆਉਂਦਾ ਕਿਉਂਕਿ ਪਿੱਛੇ ਕਈਆਂ ਪਿੰਡਾਂ ਵਾਲਿਆਂ ਦੇ ਵੀ ਕੰਮ ਹੁੰਦੇ ਨੇ, ਘਰ ਦੇ ਕੰਮ ਨਿਬੇੜ ਕੇ ਆਪਣੇ ਫਿਰ ਚਲੇ ਜਾਂਦੇ ਨੇ ਵਾਪਸ ਉੱਥੇ। ਗੱਲ ਸ਼ਾਂਤੀ ਦੀ ਕਰੀ, ਹੁਣ ਮਾਹੌਲ ਕੀ ਹੈ ਸਿੰਘੂ ਮੋਰਚੇ ਤੇ? ਬਹੁਤ ਵਧੀਆ ਮਾਹੌਲ ਹੈ। ਐਕਚੁਅਲ ਮਾਹੌਲ ਜੋ ਇੱਕ ਅੰਦੋਲਨ ਦਾ ਹੁੰਦਾ ਹੈ ਕਿ ਡਿਸਪਲਿਨ ਹੈ, ਸ਼ਾਂਤੀ ਹੈ, ਔਰ ਇੱਕ ਜਿੱਦਾਂ ਕਿ ਨਾ ਜਜ਼ਬਾ ਹੈ ਨਾ, ਉਹਦੇ ਨਾਲ ਬੈਠੇ ਆ। ਮੇਰੇ ਖੁਦ ਆਪਣੇ ਪਿੰਡ ਦਾ, ਮੇਰੇ ਹਰਿਓ ਖੁਰਦ ਪਿੰਡ ਦਾ ਸਾਡਾ ਉੱਥੇ ਬਣਾਇਆ ਹੋਇਆ ਜਿਹੜਾ ਕੀ ਕਹਿੰਦੇ ਨੇ ਸ਼ੈੱਡ ਲਾਇਆ ਹੋਇਆ ਪੂਰਾ ਘਰ, ਤੇ ਸਾਡੇ ਪਿੰਡ 'ਚੋਂ ਵੀ ਵਾਰੀ ਜਾਂਦੇ ਨੇ। ਉਹਦੇ ਅਕੋਰਡਿੰਗ ਐਜ ਏ ਕਲਾਕਾਰ ਦੇ ਤੌਰ 'ਤੇ ਵੀ, ਕਿਸਾਨ ਦਾ ਪੁੱਤ ਹੋਣ ਦੇ ਨਾਤੇ ਵੀ, ਤੇ ਇੱਕ ਪਿੰਡ ਦਾ ਵਸਨੀਕ ਹੋਣ ਦੇ ਨਾਤੇ ਵੀ ਆਪਣੀ ਆਪਣੀ ਹਾਜ਼ਰੀ ਲਵਾਉਂਦੇ ਆ। ਬਾਕੀ ਇੱਥੇ ਜਿਹੜੀਆਂ ਰੈਲੀਆਂ ਜੇ ਤਾਂ ਕਿਤੇ ਵੀ ਕਿਸਾਨ ਦਾ ਇਕੱਠ ਹੁੰਦਾ ਉੱਥੇ ਵੀ ਜਾਈਦਾ। ਬਿਲਕੁਲ। ਹੁਣ ਕਈ ਕਾਹਲੀ ਹੁੰਦੇ ਨੇ ਵੀ ਛੇਤੀ ਰਿਜ਼ਲਟ ਮਿਲ ਜਾਵੇ, ਵੀ ਛੇਤੀ ਛੇਤੀ ਕੋਈ ਫੈਸਲਾ ਹੋ ਜਾਵੇ, ਵਾਪਸ ਆ ਜਾਵੇ। ਤਾਂ ਲੱਗਦਾ ਵੀ ਸ਼ਾਂਤਪੂਰਵਕ ਬੈਠ ਕੇ ਸਰਕਾਰ ਦੇ ਨੱਕ ਵਿੱਚ ਦਮ ਕੀਤਾ ਜਾ ਸਕਦਾ ਕਿ ਕੋਈ ਕਾਹਲੀ ਵਿੱਚ ਐਕਸ਼ਨ ਕਰਨ ਕਿਸਾਨੀ ਮੋਰਚੇ ਵਾਲੇ, ਉਸ ਵਿੱਚ ਕੋਈ ਰਿਜ਼ਲਟ ਛੇਤੀ ਨਿਕਲ ਜੂਗਾ? ਕਿਉਂਕਿ ਕਈ ਤੱਤੇ ਬਿਆਨ ਵੀ ਆ ਜਾਂਦੇ ਨੇ ਵੀ ਕਦ ਕੀ ਦੇ ਨੇ, ਅੱਗੇ ਕਿਉਂ ਨਹੀਂ ਜਾ ਰਹੇ, ਬੈਠੇ ਕਿਉਂ ਨਹੀਂ, ਕਿੰਨਾ ਸਮਾਂ ਬੈਠੋਗੇ? ਦੇਖੋ, ਪ੍ਰੋਗਰਾਮ ਜਿਵੇਂ ਦੇ ਦੇਣੇ ਚਾਹੀਦੇ ਆ ਮੇਰੇ ਹਿਸਾਬ ਨਾਲ ਕਿਸਾਨ ਆਗੂ ਦਿੰਦੇ ਆ। ਜਿਵੇਂ ਹੁਣ 27 ਨੂੰ ਭਾਰਤ ਬੰਦ ਆ, ਜਾਂ ਜਿਵੇਂ ਹੁਣ ਮੁਜ਼ੱਫਰਨਗਰ ਰੈਲੀ ਹੋਈ ਆ। ਸਰਕਾਰਾਂ ਕਿਹਦੇ ਤੋਂ ਡਰਦੀਆਂ? ਸਰਕਾਰਾਂ ਡਰਦੀਆਂ ਕੁਰਸੀ ਜਾਣ ਤੋਂ। ਉਹਦੇ ਅਕੋਰਡਿੰਗ ਤਾਂ ਜੋ ਜਿਵੇਂ ਕਰਨਾਲ 'ਚ ਇਕੱਠ ਹੋਇਆ ਤਾਂ ਦੇਖੋ ਉਹ ਫੈਸਲਾ ਸਰਕਾਰ ਚੁੱਕੀ। ਉਵੇਂ ਹੁਣ ਯੂਪੀ 'ਚ ਇਲੈਕਸ਼ਨ ਨੇ, ਪੰਜਾਬ 'ਚ ਇਲੈਕਸ਼ਨ ਨੇ, ਤਾਂ ਕਿਸਾਨਾਂ ਦੇ ਇਕੱਠ ਇਹੀ ਸਰਕਾਰ ਤੇ ਦਬਦਬਾ। ਔਰ ਸ਼ਾਂਤੀ ਰੱਖਣੀ ਸਰਕਾਰ ਤਾਂ ਚਾਹੁੰਦੀ ਹੈ ਕਿ ਲੋਕ ਵਾਇਲੈਂਸ ਹੋਣ। ਵਾਇਲੈਂਸ ਜਦੋਂ ਹੋਊਗਾ ਤਾਂ ਸਰਕਾਰ ਆਪਣਾ ਤੰਤਰ ਵਰਤਦੀ ਹੈ, ਆਰਮੀ ਵਰਤਦੀ ਹੈ, ਕੁਛ ਵੀ ਹਰ ਤਰ੍ਹਾਂ ਦਾ ਹੱਥਕੰਡਾ ਅਪਣਾ ਕੇ ਸਾਨੂੰ ਖਦੇੜਦੀ ਹੈ। ਕੋਰਟ ਦਾ, ਸੁਪਰੀਮ ਕੋਰਟ ਦਾ ਸਹਾਰਾ ਵੀ ਲੈ ਸਕਦੀ ਹੈ। ਪਰ ਜਿਹੜੀ ਸ਼ਾਂਤੀ ਹੈ ਨਾ, ਇੱਕ ਸ਼ਾਂਤੀਪੂਰਵਕ ਬੈਠਣਾ, ਉਹ ਸਭ ਤੋਂ ਅੱਜ ਨਹੀਂ ਤਾਂ ਕੱਲ੍ਹ ਸਿਰਫ ਉੱਥੇ ਸਬਰ ਹੈ। ਉਹ ਗੋਰਿਆਂ ਦੀ ਹਕੂਮਤ 'ਚ ਇੰਨੇ 9 ਮਹੀਨੇ ਲੱਗੇ ਸੀ, ਤਾਂ ਇਹ ਤਾਂ ਇੰਨੀ ਮਾੜੀ ਸਰਕਾਰ ਆ, ਇੰਨਾ ਕਿ ਮਤਲਬ ਇਹ ਡਿਕਟੇਟ ਕਰਕੇ ਚੱਲ ਰਿਹਾ ਸਾਰਾ ਕੁਝ, ਪ੍ਰਾਈਵੇਸ਼ਨ। ਤਾਂ ਇਹਨਾਂ ਨੇ ਸਾਡਾ ਸਬਰ ਪਰਖੀ ਜਾਂਦੇ ਆ। ਪਰ ਹੁਣ 22 ਦੇ ਇਲੈਕਸ਼ਨ ਹੋਣੇ ਆ, ਵੇਖਿਓ ਇਹਨਾਂ ਦੀ ਹੁਣ ਆਪਸ 'ਚ ਇਹਨਾਂ ਦੇ ਬਹੁਤ ਖਿੱਚਦਾ। ਹੁਣ ਆਪਾਂ ਵੀ ਸੁਣਦੇ ਹਾਂ RSS ਤੇ ਅਮਿਤ ਸ਼ਾਹ ਤੇ ਮੋਦੀ ਦਾ ਆਪਸ 'ਚ ਇਹਨਾਂ ਦਾ ਬਹੁਤ ਹੁਣ ਚੱਲ ਰਿਹਾ ਹੈ ਨਾ। ਤਾਂ ਸਾਡੀ ਜਿੱਤ ਤਾਂ ਯਕੀਨੀ ਆ, ਬਸ ਐਲਾਨ ਹੀ ਹੋਣਾ ਬਾਈ ਜੀ। ਹੁਣ ਗੱਲ ਕਰੀਏ ਪੰਜਾਬ ਦੀ 2022 ਦੇ ਵਿੱਚ ਚੋਣਾਂ ਨੇ। ਇੱਕ ਸ਼ੁਰੂਆਤ ਵਿੱਚ ਜਦੋਂ ਕਿਸਾਨੀ ਮੋਰਚਾ ਲੱਗਿਆ ਸੀ, ਜਦੋਂ ਦਿੱਲੀ ਚਲੇ ਗਏ ਸੀ ਇੱਥੋਂ ਸਾਰੇ ਕਿਸਾਨ, ਉਦੋਂ ਚਰਚਾ ਛਿੜੀ ਸੀ ਕਿ ਨੌਜਵਾਨ ਅਗਵਾਈ ਕਿਉਂ ਨਹੀਂ ਕਰਦੇ, ਵੀ ਨੌਜਵਾਨਾਂ ਦੇ ਅਗਵਾਈ ਹੇਠ ਉਹ ਹਿੱਸਾ ਵੀ ਲੈਣ, ਚੋਣਾਂ ਵੀ ਲੜਨ, ਤਾਂ ਜਾ ਕੇ ਪੰਜਾਬ ਦਾ ਸੁਧਾਰ ਹੋ ਸਕਦਾ। ਤਾਂ ਲੱਗਦਾ ਵੀ ਵਾਕਈ ਨੌਜਵਾਨ ਜੇ ਸੱਤਾ ਵਿੱਚ ਆ ਜਾਂਦਾ, ਸਹੀ ਤਰੀਕੇ ਨਾਲ ਸਹੀ ਸੋਚ ਸਮਝ ਕੇ ਸੱਤਾ ਵਿੱਚ ਆ ਜਾਂਦਾ, ਤੇ ਬਦਲਾਵ ਕੀਤਾ ਜਾ ਸਕਦਾ। ਕਿ ਇੱਕ ਇਕੱਠੇ ਹੋਣ ਦੀ ਜਦੋਂ ਗੱਲ ਕਰਦੇ ਉਦੋਂ ਵੀ ਵਖਰੇਵਾਂ ਪੈਦਾ ਹੋ ਜਾਂਦਾ, ਵੀ ਅਲੱਗ-ਅਲੱਗ ਚੱਲ ਕੇ ਕੁਝ ਮਿਲਣਾ ਨਹੀਂ। ਹੋ ਦੇਖੋ, ਸਾਰੀ ਦੁਨੀਆ ਇੱਕ ਧਾਗੇ 'ਚ ਪਰੋਈ ਤਾਂ ਜਾ ਸਕਦੀ ਹੈ, ਪਰ ਵਿਚਾਰ ਆਪਣੇ ਆਪਣੇ, ਜਿਹੜਾ ਇੱਕ ਮੋਤੀ ਆ ਉਹਦੀ ਆਪਦੀ ਕੁਆਲਿਟੀ ਹੈ, ਧਾਗਾ ਇੱਕ ਹੋ ਸਕਦਾ ਹੈ ਨਾ। ਉਹਦੇ ਅਕੋਰਡਿੰਗ ਜਿਹੜੇ ਕਹਿੰਦੇ ਨੇ ਸੱਤਾ ਦਾ ਬਹੁਤ ਰੌਲਾ ਪੈਂਦਾ ਕਿ ਸਾਡੀ ਆਪਣੀ ਸਰਕਾਰ ਹੋਵੇ। ਜਿਹੜੀਆਂ ਪਹਿਲਾਂ ਸਰਕਾਰਾਂ ਨੇ ਉਹ ਕਿੰਨੇ ਚੁਣੀਆਂ ਨੇ? ਅਸੀਂ ਚੁਣੀਆਂ ਨੇ, ਵੋਟਾਂ ਅਸੀਂ ਪਾਈਆਂ ਨੇ। ਸਾਡੇ ਲੋਕਾਂ ਦੀ ਇੱਕ ਹੈ ਕਿ ਅਸੀਂ ਤਖਤਾ ਪਲਟ ਦਿੰਦੇ ਹਾਂ, ਜ਼ੋਰ ਲਾ ਦਿੰਦੇ ਹਾਂ ਵੋਟਾਂ ਵੇਲੇ। ਪਰ ਵੋਟਾਂ 'ਚ ਸਰਕਾਰ ਬਣਾਉਣ ਤੋਂ ਬਾਅਦ ਉਹਨਾਂ MLAਆਂ ਤੇ ਉਹਨਾਂ ਦੇ ਉੱਤੇ ਸਾਡਾ ਜ਼ੋਰ ਹੋਣਾ ਚਾਹੀਦਾ ਹੈ ਕਿ ਸਾਡੇ ਆਪਣੇ ਕਿ ਪੰਜਾਬ ਨੂੰ ਜਾਂ ਦੇਸ਼ ਨੂੰ ਕਿਵੇਂ ਅੱਗੇ ਲੈ ਕੇ ਜਾਣਾ। ਪਰ ਉਦੋਂ ਅਸੀਂ ਸਰਕਾਰ ਬਣਾਉਣ ਤੋਂ ਬਾਅਦ ਅਸੀਂ ਆਪਦੇ MLA ਨੂੰ, MPਆਂ ਨੂੰ ਭੋਗਾਂ ਤੇ ਵਿਆਹਾਂ ਤੱਕ ਸੀਮਤ ਰੱਖ ਲੈਂਦੇ ਹਾਂ। ਇਸੇ ਕਰਕੇ ਦੇਸ਼ ਦਾ ਬੇੜਾ ਗਰਕ ਆ। ਔਰ ਇਕੱਠੇ ਹੋਣ ਦਾ ਜਿੱਥੋਂ ਤੱਕ ਸਵਾਲ ਹੈ ਕਿ ਇਕੱਠੇ ਤਾਂ ਲੋਕ ਬਈ ਜਦੋਂ ਵੋਟ ਪਾਉਂਦੇ ਆ ਤਾਂ ਉਹ ਇਕੱਠੇ ਹੋ ਕੇ ਪਾਉਂਦੇ ਆ, ਤਖਤਾ ਤਾਂ ਇਕੱਠੇ ਹੋ ਕੇ ਪਲਟਦੇ ਆ ਨਾ। ਇਹ ਤਾਂ ਸਾਨੂੰ ਸਮਝਣਾ ਕਿ ਉਦੋਂ ਬਾਅਦ ਅਸੀਂ ਜੋ ਸਾਡੀ ਅਸਲੀ ਡਿਊਟੀ ਬਣਦੀ ਹੈ, ਉਦੋਂ ਅਸੀਂ ਭੋਗਾਂ ਤੇ ਵਿਆਹਾਂ ਤੱਕ ਲੀਡਰਾਂ ਨੂੰ ਸੀਮਤ ਕਰ ਲੈਂਦੇ ਹਾਂ। ਤਾਂ ਫਿਰ ਲੀਡਰ ਆਪਦੀਆਂ ਚਮਦੀਆਂ ਚਲਾਉਂਦੇ ਨੇ, ਬਾਅਦ 'ਚ ਅਸੀਂ 5 ਸਾਲਾਂ ਬਾਅਦ ਫੇਰ ਕਹਿੰਦੇ ਹਾਂ ਪਲਟ ਤੋਂ, ਫੇਰ ਅਸੀਂ ਤਖਤਾ ਪਲਟ ਦਿੰਦੇ ਹਾਂ, ਫਿਰ 5 ਸਾਲ ਰੋਂਦੇ ਹਾਂ। ਰੌਲਾ ਤਾਂ ਇੱਥੇ ਖੜਾ ਸਾਰਾ। ਸ਼ਹੀਦ ਨੂੰ ਲੈ ਕੇ ਅਲੱਗ-ਅਲੱਗ ਤਰੀਕੇ ਨਾਲ ਬਾਅਦ ਵਿੱਚੋਂ ਕਿਹਾ ਵੀ ਗਲਤ ਬਿਆਨ ਹੈ, ਕੋਈ ਕਹਿੰਦਾ ਸਹੀ ਆ, ਫਿਰ ਦੀਪ ਸਿੱਧੂ ਵੀ ਆ ਕੇ ਬੋਲਦਾ। ਉਹ ਬਿਆਨ ਨੂੰ ਕਿੱਦਾਂ ਦੇਖਦੇ? ਕਿਉਂਕਿ ਹੱਲੇ ਵੀ ਜਿਹੜੇ ਕਿਸਾਨ ਬੈਠੇ ਨੇ, ਜਦੋਂ ਵੀ ਕੋਈ ਉੱਥੇ ਕਿਸਾਨ ਸ਼ਹੀਦ ਹੋ ਜਾਂਦਾ ਤਾਂ ਕੋਈ ਨਾ ਕੋਈ ਝੰਡਾ ਕਿਸਾਨ ਯੂਨੀਅਨ ਵਾਲੇ ਉਹਦੇ ਤੇ ਸਰੀਰ ਤੇ ਲਪੇਟਦੇ ਨੇ ਵੀ ਸਾਡਾ ਸ਼ਹੀਦ ਹੈ। ਇਸ ਬਿਆਨ ਨੂੰ ਕਿੱਦਾਂ ਦੇਖਦੇ? ਦੇਖੋ, ਜਦੋਂ ਜੰਗ ਸ਼ੁਰੂ ਹੁੰਦੀ ਹੈ, ਜੰਗ ਦੇ ਮੈਦਾਨ 'ਚ ਜਾਣ ਵਾਲਾ ਉਹਨੇ ਤਾਂ ਆਪਣੇ ਸਿਰ ਤੇ ਕਫਨ ਬੰਨ੍ਹ ਕੇ ਜਾਂਦਾ, ਚਾਹੇ ਉਹ ਗੋਲੀ ਨਾਲ ਮਰਦਾ। ਇਹ ਗੋਲੀ ਦੀ ਤਾਂ ਜੰਗ ਦੇ, ਇਹ ਸਾਡੀ ਜੰਗ ਹੈ। ਇਹ ਹਥਿਆਰਾਂ ਦੀ ਲੜਾਈ ਤਾਂ ਹੈ ਨਹੀਂ, ਸੋਚ ਦੀ ਲੜਾਈ ਹੈ। ਉੱਥੇ ਬੈਠੇ ਧਰਨ ਦੇ ਵਿੱਚ ਅਗਲਾ ਜਦੋਂ ਘਰੋਂ ਤੁਰਦਾ ਔਰ ਉਹਨੂੰ ਹਾਰਟ ਦੀ ਪ੍ਰੋਬਲਮ ਹੈ ਜਾਂ ਉਹਨੂੰ ਕੋਈ ਕਿਸੇ 'ਚ ਲੀਵਰ ਦੀ ਪ੍ਰੋਬਲਮ ਹੈ, ਉਹ ਇਹ ਸੋਚ ਕੇ ਨਹੀਂ ਜਾਂਦਾ ਕਿ ਮੈਨੂੰ ਤਾਂ ਲੀਵਰ ਦੀ ਪ੍ਰੋਬਲਮ ਹੈ। ਉੱਥੇ ਜਾਂਦਾ ਹੈ, ਜੂਝਣ ਲਈ ਜਾਂਦਾ। ਔਰ ਉੱਥੇ ਜਦੋਂ ਉਹਦੀ ਡੈਥ ਹੁੰਦੀ ਹੈ ਤਾਂ ਉਹ ਸ਼ਹੀਦ ਆ। ਜੇ ਕੋਈ ਕ੍ਰੈਸ਼ ਹੋ ਗਿਆ ਜਹਾਜ਼, ਤਾਂ ਆਰਮੀ 'ਚ ਬੰਦਾ ਸ਼ਹੀਦ ਹੋ ਗਿਆ ਤਾਂ ਉਹ ਤਿਰੰਗੇ 'ਚ ਆਉਂਦੀ ਆ ਉਹਦੀ ਬੋਡੀ, ਤਾਂ ਉਹ ਸ਼ਹੀਦ ਮੰਨਿਆ ਜਾਂਦਾ। ਅਸੀਂ ਕਹਿੰਦੇ ਹਾਂ ਡਿਊਟੀ ਦੇ ਉੱਤੇ ਡਿਊਟੀ ਕਰਦਾ ਬੰਦਾ ਕੁਰਬਾਨ ਹੋ ਗਿਆ। ਕੁਰਬਾਨੀ
ਬਾਈ ਜੀ ਦਾ ਮੈਂ ਸੁਣਦਾ ਸੀ ਬਿਆਨ, ਉਹ ਕਹਿੰਦੇ ਕੁਰਬਾਨ ਹੋਏ ਨੇ, ਸ਼ਹੀਦ ਨਹੀਂ। ਜਿਹੜਾ ਕੁਰਬਾਨ ਹੁੰਦਾ ਉਹਨੂੰ ਹੀ ਸ਼ਹੀਦ ਕਿਹਾ ਜਾਂਦਾ ਹੈ ਨਾ। ਸਭ ਤੋਂ ਵੱਡੀ ਗੱਲ ਹੈ ਕਿ ਮੈਨੂੰ ਬਾਈ ਜੀ ਇੱਕ ਸਮਝ ਨਹੀਂ ਆਉਂਦੀ ਸਾਡੇ ਭਰਾ ਦੀ, ਕਿ ਜਦੋਂ ਤੁਸੀਂ ਕਿਸੇ ਵੀ ਜਗ੍ਹਾ ਤੇ ਜਾਂਦੇ ਹੋ, ਤੁਸੀਂ ਗਏ ਤਾਂ ਕੇਸਗੜ੍ਹ ਸਾਹਿਬ ਪੰਥਕ ਮਸਲੇ ਤੇ, ਬੇਅਦਬੀ ਮਸਲੇ ਤੇ, ਉੱਥੇ ਵੀ ਤੁਸੀਂ ਕਿਸਾਨ ਆਗੂਆਂ ਦੀ ਨਿੰਦਿਆ, ਕਿਸਾਨ ਮਸਲਾ ਵਿੱਚ ਲਿਆਉਂਦਾ। ਤੁਸੀਂ ਕਿਤੇ ਵੀ ਜਾਂਦੇ ਹੋ ਸਿਰਫ ਅਸੀਂ ਨਿੰਦਿਆ ਹੀ ਕਰ ਰਹੇ ਹਾਂ। ਜਿੱਦਣ ਦੇਖਿਆ ਹੁਣ ਤੱਕ ਸਿਰਫ ਨਿੰਦਿਆ ਕੀਤੀ ਹੈ, ਮਾੜੇ ਨੇ, ਮਾੜੇ ਨੇ, ਕਿਸਾਨ ਆਗੂ ਮਾੜੇ ਨੇ, ਕਿਸਾਨਾਂ ਦਾ ਇਹ, ਕਿਸਾਨਾਂ ਦਾ ਇਹ, ਲੋਕਾਂ ਦਾ, ਪੰਜਾਬ ਦਾ ਅੰਦੋਲਨ ਹੈ। ਜੇ ਪੰਜਾਬ ਦਾ ਅੰਦੋਲਨ ਹੈ, ਜੇ ਕਿਸਾਨ ਆਗੂ ਮਾੜੇ ਨੇ, ਤੁਸੀਂ ਕੀ ਕਰ ਰਹੇ ਹੋ? ਤੁਸੀਂ ਕਹਿੰਦੇ ਹੋ ਯੂਥ ਸਾਡੇ ਨਾਲ ਹੈ, ਸਾਰੇ ਲੋਕ ਸਾਡੇ ਨਾਲ ਨੇ, ਉਹਨਾਂ ਮਗਰ ਕੋਈ ਨਹੀਂ, ਇਹ ਬੁੜਿਆਂ ਮਗਰ ਕੋਈ ਨਹੀਂ ਹੈ, ਬੜੇ ਮਤਲਬ ਪੁਰਾਣੀ ਮੱਤ ਦੇ ਨੇ। ਤੁਸੀਂ ਕੀ ਕਰ ਰਹੇ ਹੋ? ਤੁਸੀਂ 26 ਜਨਵਰੀ ਤੋਂ ਬਾਅਦ ਕਿੰਨੀ ਵਾਰ ਗਏ ਹੋ? ਤੁਸੀਂ ਉੱਥੇ ਆਪਦਾ ਮੋਰਚਾ ਕਿਉਂ ਨਹੀਂ ਲਾਉਂਦੇ? ਫਿਰ ਤੁਹਾਨੂੰ ਸਿੰਘੂ ਬਾਰਡਰ ਹੀ ਕਿਉਂ ਦਿਖਦਾ? ਉੱਥੇ ਸੜਕਾਂ ਹੋਰ ਨੇ, ਬੈਠੋ। ਤੁਸੀਂ ਕਹਿੰਦੇ ਹੋ ਇਹ ਕਹਿਣ ਅਸੀਂ ਦਿੱਲੀ ਦੀ ਹਿੱਕ 'ਚ ਵੱਜਾਂਗੇ, ਤਾਂ ਵੱਜੋ, ਕੌਣ ਰੋਕਦਾ? ਤੁਸੀਂ ਅਗਵਾਈ ਕਰੋ। ਲੱਖਾ ਸਿਧਾਣਾ ਬਾਈ ਆ, ਉਹ ਹਰ ਮੇਲਾ ਦਾ ਵੀ ਮਹੀਨੇ 'ਚ ਇੱਕ ਵਾਰ ਜੱਥਾ ਲੈ ਕੇ ਜਾਂਦਾ, ਸੰਗਤ ਜਾਂਦੀ ਨਾ, ਨੌਜਵਾਨ ਜਾਂਦਾ ਨਾ ਉਹਦੇ ਨਾਲ, ਉਹ ਰਹਿੰਦੇ ਵੀ ਨਹੀਂ ਉੱਥੇ, ਠੀਕ ਹੈ ਨਾ। ਇੱਥੇ ਵੀ ਇਕੱਠ ਕਰਦਾ, ਤੁਸੀਂ ਇਕੱਠ ਤਾਂ ਕਰਕੇ ਦਿਖਾਓ। ਤੁਸੀਂ ਲੱਖੇ ਦੇ ਮੋਢੇ ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ, ਉਹਨੇ ਚੜ੍ਹਾਇਆ ਨਹੀਂ, ਹੁਣ ਤੁਸੀਂ ਫੇਰ ਭੰਡਣ ਲੱਗ ਗਏ, ਹੈ ਨਾ। ਕਿ ਤੁਸੀਂ ਆਪਦੇ ਆਪ ਨੂੰ ਕੀ ਸਾਬਤ ਕੀ ਕਰਨਾ ਚਾਹੁੰਦੇ ਹੋ? ਤੁਸੀਂ ਆਪਦੀਆਂ ਗਲਤੀਆਂ ਲੁਕਾਉਣ ਲਈ ਲੱਖੇ ਦੇ ਮੋਢੇ ਨੂੰ, ਫਿਰ ਉਹਨੂੰ ਜਦੋਂ ਉਹਨੇ ਤੁਹਾਨੂੰ ਉਹਦੀਆਂ ਗੱਲਾਂ ਦੇ ਜਵਾਬ ਨਹੀਂ ਆਏ, ਫਿਰ ਉਹਦੀ ਕਿਰਦਾਰਕੁਸ਼ੀ ਕਰਨ ਲਈ ਤੁਸੀਂ ਧਰਮ ਦਾ ਸਹਾਰਾ ਲੈਂਦੇ ਹੋ। ਔਰ ਤੁਸੀਂ ਸ਼ੁਰੂਆਤ ਕੀਤੀ ਸੀ 328 ਸਰੂਪਾਂ ਤੋਂ, ਉਹਨਾਂ ਦਾ ਦੱਸੋ ਹਿਸਾਬ ਕਿੱਥੇ ਹੈ? ਤੁਸੀਂ ਪਹਿਲਾਂ ਆਪ ਦੱਸੋ, ਤੁਸੀਂ ਆਪਦੇ ਸਟੈਂਡ ਤੇ ਖੜੇ ਹੋ। ਤੁਸੀਂ ਕਹਿੰਦੇ ਹੋ ਦਿੱਲੀ ਨੇ ਇਹਨਾਂ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ, ਤੁਹਾਡੀਆਂ ਸ਼੍ਰੋਮਣੀ SGPC ਅੱਗੇ ਲੱਤਾਂ ਭਾਰ ਚੱਲੀਆਂ? ਤੁਸੀਂ ਉੱਥੇ ਧਰਨਾ ਲਾਇਆ ਸੀ, ਤੁਸੀਂ ਉਹ ਧਰਨਾ ਕਿਹਦੇ ਤੋਂ ਪੁੱਛ ਕੇ ਚੱਕਿਆ? ਤੁਸੀਂ ਸੰਗਤ ਨੂੰ ਬੇਵਕੂਫ ਬਣਾਇਆ ਕਿ ਉੱਥੇ ਅਸੀਂ ਤੁਹਾਨੂੰ ਕੀ ਹੈ ਕਿ ਤੁਸੀਂ ਵਿਕ ਗਏ ਸੀ। ਅੱਜ ਉਹ ਧਰਨਾ ਕਿੱਥੇ ਆ ਜਿਹੜਾ SGPC 'ਚ ਲਾਇਆ ਸੀ 327 ਸਰੂਪਾਂ ਦਾ? ਔਰ ਤੁਸੀਂ ਕਹਿੰਦੇ ਹੋ ਇਹਨਾਂ ਦੀਆਂ ਲੱਤਾਂ ਭਾਰ ਨਹੀਂ ਚੱਕਦੀਆਂ। ਤੁਹਾਡਾ ਜਮੀ ਖਾਸ, ਈਵਨ ਕਿ ਮੈਂ ਪੋਸਟ ਪਾਈ ਸੀ ਕਿ ਜੋ ਮਰਜ਼ੀ ਹੈ, ਸਾਡੇ ਵਿਚਾਰ ਵੱਖਰੇ ਹੋ ਸਕਦੇ ਨੇ, ਕਿਸੇ ਤੇ ਨਜਾਇਜ਼ ਪਰਚੇ ਨਹੀਂ ਹੋਣੇ ਚਾਹੀਦੇ, ਰਾਜਪੁਰੇ ਵਾਲੇ ਪਰਵਾਨਾ ਜੀ ਤੇ। ਇਹਨਾਂ ਨੇ ਇੱਕ ਵੀ ਪੋਸਟ ਦਿਖਾ ਦਿਓ ਦੀਪ ਸਿੱਧੂ ਦੀ ਉਹਨਾਂ ਦੇ ਹੱਕ 'ਚ ਕਿ ਗਲਤ ਹੋਇਆ, ਜਾਂ ਇੱਕ ਦਿਨ ਵੀ ਇਕੱਠ ਕੀਤਾ ਹੋਵੇ। ਮੋਹਾਲੀ ਸੁਹਾਣਾ ਸਾਹਿਬ ਇਕੱਠ ਕੀਤਾ ਪਰਵਾਨਾ ਜੀ ਦੇ ਵਾਸਤੇ, ਇਹ ਬੰਦੇ ਆਏ ਨਹੀਂ, ਠੀਕ ਹੈ ਨਾ। ਜਿੱਦਣ ਬਾਹਰ ਆ ਕੇ ਜਾ ਕੇ ਫਿਰ ਜਾ ਬੜੇ ਬੰਦੇ ਕਿ ਤੁਸੀਂ ਆਪਦੇ ਬੰਦਿਆਂ ਨਾਲ ਤਾਂ ਤੁਸੀਂ ਖੜਦੇ ਨਹੀਂ, ਤੇ ਇੱਥੇ ਨਿੰਦਦੇ ਹੋ ਤੁਸੀਂ ਕਿਸਾਨ ਆਗੂਆਂ ਨੂੰ। ਕਿਸਾਨ ਆਗੂ ਤਾਂ ਇੱਕ ਵੀ ਨਹੀਂ ਵਾਪਸ ਮੁੜਿਆ, ਉਹ ਤਾਂ 32 ਦੀਆਂ 32 ਜਥੇਬੰਦੀਆਂ ਉੱਥੇ ਖੜੀਆਂ ਨੇ, ਉੱਥੇ ਜਿੰਨੇ ਹੋਰ ਲੋਕ ਸੀ ਉਹ ਸਾਰੇ ਖੜੇ ਨੇ। ਲੱਖੇ ਨਾਲ ਇੱਕ ਅੱਜ ਤੱਕ ਤੁਸੀਂ ਦੱਸੋ ਕਿਹੜਾ ਬੰਦਾ ਟੁੱਟਿਆ? ਕਿਸਾਨ ਆਗੂ ਨਾਲ ਕਿਹੜਾ ਬੰਦਾ ਟੁੱਟਿਆ? ਸਾਡੇ ਨਾਲੋਂ ਕਿਹੜੇ? ਔਰ ਤੁਹਾਡੇ ਨਾਲ ਇੱਕ ਵੀ ਬੰਦਾ ਦੱਸੋ ਪੁਰਾਣਾ ਜਿਹੜਾ ਖੜਿਆ ਹੋਵੇ, ਹੈ ਨਾ। ਤੁਸੀਂ ਇਹ ਤਾਂ ਦੱਸੋ ਨਾ ਤੁਹਾਡੇ ਨਾਲ ਬੰਦਾ ਖੜਿਆ ਕਰਿਆ। ਫਿਰ ਤੁਸੀਂ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਅਸੀਂ ਇਲੈਕਸ਼ਨ ਲੜਨੇ ਨਹੀਂ, ਦੂਜੇ ਪਾਸੇ ਤਲਵਾੜਾ ਸਾਹਿਬ ਤੁਸੀਂ ਬਾਹਰ ਆਉਂਦੇ ਨੇ, ਤੁਸੀਂ ਉਹਨੂੰ ਮਿਲਣ ਜਾਂਦੇ ਹੋ, ਤਲਵਾੜਾ ਸਾਹਿਬ ਕਹਿੰਦੇ ਨੇ ਸਾਡਾ ਅਸੀਂ ਮੁੱਖ ਮੰਤਰੀ ਬਣਾਉਣਾ ਦੀਪ ਸਿੱਧੂ ਨੂੰ। ਤੁਸੀਂ ਮਹਾਰਾਜ ਰੈਲੀ ਹੁੰਦੀ ਹੈ, ਤਲਵਾੜਾ ਸਾਹਿਬ ਦਾ ਬਿਆਨ ਹੈ ਕਿ ਮੁੱਖ ਮੰਤਰੀ ਬਣਾਉਣਾ ਹੈ। ਫਿਰ ਤੁਸੀਂ ਕਹਿੰਦੇ, ਫਿਰ ਦੂਜੇ ਪਾਸੇ ਤੁਸੀਂ ਵਾਰਸ ਪੰਜਾਬ ਦੇ ਬਣਾਉਣਾ, ਢਾਂਚਾ ਬਦਲਣਾ ਪਊ। ਢਾਂਚਾ ਕਿਵੇਂ ਬਦਲੋਗੇ ਬਈ? ਤੁਸੀਂ ਕਲੀਅਰ ਤਾਂ ਹੋ ਨਾ ਕਿ ਤੁਸੀਂ ਇਲੈਕਸ਼ਨ ਲੜਨੇ ਨੇ, ਤਾਂ ਤੁਸੀਂ ਕਿਵੇਂ ਕਰਨਾ ਹੈ? ਫਿਰ ਇੱਕ ਇਹਨਾਂ ਦਾ ਤਲਵਾੜਾ ਸਾਹਿਬ ਅੱਜ ਤੱਕ ਇਹ ਦੱਸਣ ਕਿ ਕਿਸਾਨ, ਤੁਸੀਂ ਕਹਿੰਦੇ ਹੋ ਵੀ ਜੇਲ੍ਹਾਂ ਹੋਈਆਂ, ਤੁਹਾਨੂੰ ਜੇਲ੍ਹ ਕਾਹਦੀ ਹੋਈ ਆ ਬਈ? ਤੁਸੀਂ ਕਿਸਾਨ ਮਸਲੇ 26 ਜਨਵਰੀ 'ਚ ਜੇਲ੍ਹ ਗਏ, ਜਾਂ ਤੁਹਾਡਾ ਕੋਈ ਹੋਰ ਕੇਸ ਸੀ ਉਹਦੇ 'ਚ ਗਏ ਹੋ ਤੁਸੀਂ ਜੇਲ੍ਹ? ਤੁਸੀਂ ਆਪ ਤਾਂ ਸੱਚ ਬੋਲੋ। ਧਰਮ ਦਾ ਸਹਾਰਾ ਲੈ ਕੇ, ਜਿਵੇਂ BJP ਕਰਦੀ ਹੈ ਵੀ ਜੈ ਸ਼੍ਰੀ ਰਾਮ, ਧਰਮ ਦਾ ਸਹਾਰਾ ਲੈ ਕੇ ਕਿ ਹਿੰਦੂ ਖਤਰੇ 'ਚ ਹੈ, ਉਵੇਂ ਸਿੱਖੀਜ਼ਮ ਨੂੰ ਖਤਰੇ 'ਚ ਕਰ ਦਿੰਦੇ ਆ, ਹੈ ਨਾ। ਕਿ ਸਾਡੀਆਂ ਫੀਲਿੰਗਸ ਨਾਲ ਖੇਡ ਲੈਂਦੇ ਆ, ਕਿ ਨਹੀਂ ਹੋਣਾ ਚਾਹੀਦਾ ਇੱਦਾਂ। ਕਿ ਯਾਰ ਤੁਸੀਂ ਕਿੰਨੇ ਕਹਿ ਕੇ ਤੁਸੀਂ ਅਗਵਾਈ ਨਾ ਕਰੋ? ਤੁਸੀਂ ਕਹਿੰਦੇ ਹੋ ਯੂਥ ਸਾਡੇ ਨਾਲ ਹੈ, ਕਿ ਯੂਥ ਸਾਰਾ ਦੀਪ ਸਿੱਧੂ ਨਾਲ, ਯੂਥ ਸਾਰਾ ਇਹਨਾਂ ਦੇ ਮਗਰ ਹੈ, ਤਾਂ ਫਿਰ ਜਾਓ। ਤੁਹਾਡੇ ਤੋਂ ਤਾਂ ਅੱਜ ਤੱਕ ਇਕੱਠ ਨਹੀਂ ਹੋਇਆ। ਤੁਸੀਂ ਇਕੱਠ ਭਾਲਦੇ ਹੋ ਲੱਖਾ ਕਰੇ, ਤੇ ਇਕੱਠ ਭਾਲਦੇ ਹੋ ਹੋਰ ਕਰੇ, ਤੇ ਅਸੀਂ ਜਾਈਏ ਅੱਗ ਲਾਉਣ ਜਾਈਏ ਚਵਾਤੀ। ਤੁਸੀਂ ਵੱਜੋ ਜਾ ਕੇ ਹਿੱਕ 'ਚ। ਇਹ ਪਹਿਲੀ ਗੱਲ ਤਾਂ ਤੁਸੀਂ ਇਹ ਸਾਬਤ ਕਰਨਾ ਚਾਹੁੰਦੇ ਹੋ ਯੂਥ ਨੂੰ ਕਿ ਹਥਿਆਰਾਂ ਦੀ ਲੜਾਈ ਹੈ। ਲੜਾਈ ਤਾਂ ਵਿਚਾਰ ਦੀ ਹੈ, ਲੜਾਈ ਤਾਂ ਸਾਡੀ ਸੋਚ ਦੀ ਹੈ, ਲੜਾਈ ਤਾਂ ਉਹਨਾਂ ਨੂੰ ਟੇਬਲ ਤੇ ਹਰਾਉਣ ਦੀ ਹੈ। ਤੇ ਤੁਸੀਂ ਹਿੱਕ 'ਚ ਵੱਜਾਂਗੇ, ਇਹ ਤੁਸੀਂ ਕਹਿੰਦੇ ਹੋ ਆਗੂ ਇਹੋ ਜਿਹੇ ਬਿਆਨ ਦਿੰਦੇ ਨੇ, ਤੁਸੀਂ ਤਾਂ ਇਹੀ ਕਰਦੇ ਹੋ ਕਿ ਜਿੱਦਣ ਮੈਂ ਦਿੱਲੀ ਦੀ ਹਿੱਕ 'ਚ ਵੱਜਣਾ ਹੋਊ ਮੈਂ ਨਾਲ ਜਾਊਂ। ਵੀ ਤੁਸੀਂ ਤਾਂ ਕਹਿੰਦੇ ਹੋ ਸਾਰਾ ਯੂਥ ਤੁਹਾਡੇ ਮਗਰ, ਪਰ ਅਗਵਾਈ ਕਰੋ, ਅਸੀਂ ਨਾਲ ਚੱਲਾਂਗੇ, ਵੱਜੋ ਹਿੱਕ 'ਚ। ਇੰਨੀਆਂ ਚਰਚਾ ਇੰਨੀ ਗੱਲਬਾਤ ਹੁੰਦੀ ਪਈ ਹੈ, ਫਿਰ ਲੱਗਦਾ ਕਿ ਲੱਖੇ ਦੇ ਦੀਪ ਨੇ ਜੋ ਉਹਨਾਂ ਵਿੱਚ ਮੀਟਿੰਗ ਹੋਈ ਸੀ, ਫਿਰ ਇਕੱਠੇ ਹੋ ਜਾਂਦੇ। ਜੇ ਦੀਪ ਨੂੰ ਪਤਾ ਹੈ ਜਾਂ ਲੱਖੇ ਨੂੰ ਪਤਾ ਵੀ ਪੰਜਾਬ ਵਧੀਆ ਬਣ ਸਕਦਾ ਹੈ, ਵੀ ਨੌਜਵਾਨ ਅੱਗੇ ਆਉਣਗੇ, ਨੌਜਵਾਨਾਂ ਦੇ ਨਾਲ ਜੇ ਅਗਵਾਈ ਕਰਨਗੇ ਵਧੀਆ ਬਣ ਸਕਦਾ, ਫਿਰ ਇਕੱਠੇ ਕਿਉਂ ਨਹੀਂ ਹੁੰਦੇ ਪਏ? ਕੀ ਮਸਲੇ ਨੇ ਇਕੱਠੇ ਨਾ ਹੋਣ ਦੇ? ਫਿਰ ਇਕੱਠੇ ਹੋ ਜਾਣ ਇੱਕ ਜਗ੍ਹਾ ਦੇ ਉੱਤੇ। ਇੱਕ ਬੰਦੇ ਨੂੰ ਲੱਗਦਾ ਕਿ ਮੈਂ ਹੀ ਸਿਆਣਾ, 4 ਸ਼ਬਦ ਇੰਗਲਿਸ਼ ਦੇ ਬੋਲ ਕੇ, ਕਿ ਮੇਰੇ ਤੋਂ ਵੱਧ ਸਿਆਣਾ ਨਹੀਂ, ਤੇ ਕਿਸੇ ਦੀ ਗੱਲ ਨਹੀਂ ਮੰਨਣੀ। ਅਸੀਂ ਪਹਿਲੇ ਦਿਨ ਤੋਂ ਮੀਟਿੰਗਾਂ 'ਚ ਵੇਖਦੇ ਆਏ ਹਾਂ, ਹੈ ਨਾ, ਕਿਸੇ ਦੀ। ਲੱਖੇ ਨਾਲ ਤਾਂ ਯੂਥ ਹੈਗਾ, ਲੱਖਾ ਤਾਂ ਪੰਜਾਬ ਲਈ ਕੰਮ ਕਰ ਰਿਹਾ। ਇਹਨਾਂ ਦੇ ਬੰਦੇ, ਕੁਝ ਬੰਦੇ ਬਾਹਰ ਬੈਠੇ ਕਹਿੰਦੇ ਜੀ ਲੱਖੇ ਨੇ ਕੀ ਹਾਸਲ ਕਰ ਲਿਆ ਪੋਚੇ ਮਾਰ ਕੇ, ਬੋਰਡਾਂ ਤੇ ਪੋਚੇ ਮਾਰ ਕੇ ਹਾਸਲ ਕੀ ਕੀਤਾ? ਮੁੱਖ ਮੰਤਰੀ ਨੂੰ ਬਿਆਨ ਦੇਣਾ ਪਿਆ ਸੀ ਕਿ ਅੱਜ ਪੰਜਾਬੀ ਕਿੰਨੇ ਬੋਰਡਾਂ ਤੇ ਪਹਿਲੇ ਨੰਬਰ ਤੇ ਲਿਖੀ ਹੈ, ਉਹਦੀ ਪ੍ਰਾਪਤੀ ਸੀ। ਫਿਰ ਉਹਦੇ ਤੇ 30-35 ਪਰਚੇ ਹੋਏ, ਉਹਨੂੰ ਕਿ ਉਹਦੀ ਕੁਰਬਾਨੀ ਨਹੀਂ ਮੰਨਦੇ?
ਉਹਦੇ ਤੇ ਉਹਦਾ ਤਰੀਕਾ ਭੁਗਤਦਾ ਹੈ। ਤੁਸੀਂ ਪਰਵਾਨਾ ਸਾਹਿਬ ਦਾ ਇੱਕ ਸੇ ਵੀ ਤੁਹਾਡੇ ਤੇ ਕਿਤੇ ਦੁਬਾਰਾ ਪਰਚਾ ਨਾ ਪੈ ਜੇ, ਤੂੰ ਤਾਂ ਸਾਥ ਨਹੀਂ ਦੇ ਸਕੇ ਤੇ ਪਰਚੇ ਤੋਂ ਡਰਦੇ ਕਿ ਕਿਤੇ ਤੁਹਾਡੇ ਫੰਡ ਵੀ ਨਾ ਖੋਲੇ ਜਾਣ, ਹਾਂ ਕੱਲ ਨੂੰ ਤੁਹਾਡੇ ਤੇ ਨਾ ਐਕਸ਼ਨ ਆ ਜੇ। ਤੇ ਤੁਸੀਂ ਕਰਦੇ ਹੋ ਕਿ ਅਸੀਂ ਇਹਨਾਂ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ। ਮੈਨੂੰ ਇੱਕ ਵੀ ਪੋਸਟ ਦਿਖਾ ਦਿਓ, ਪੋਸਟ ਤਾਂ ਦੁਬਾਰਾ ਪੈ ਨਹੀਂ ਲੱਗੀ ਪਿਛਲੀ ਡੇਟ 'ਚ, ਇੱਕ ਵੀ ਪੋਸਟ ਦਿਖਾ ਦਿਓ ਪਰਵਾਨਾ ਜੀ ਦੇ ਹੱਕ 'ਚ, ਮੈਂ ਕਹੂੰਗਾ ਵੀ ਹਾਂ ਇਹ ਬੰਦੇ ਸੱਚੇ ਸੁੱਚੇ ਹੈ, ਹੈ ਨਾ। ਤੁਸੀਂ ਇੱਕ ਬੰਦਾ ਦੱਸ ਦਿਓ ਕਿ ਤਲਵਾੜਾ ਸਾਹਿਬ ਬੋਲਦੇ ਆ ਸਤਿਕਾਰਯੋਗ ਆ, ਸਾਡੇ ਵੱਡੇ ਭਰਾ ਆ, ਕਿ ਇਹ ਹੱਥ ਬਾਂਹ ਖੜੀ ਕਹਿ ਦੇਣਾ ਮੇਰੇ ਤੇ ਆਹ ਪਰਚਾ ਸੀ ਕਿ ਮੈਂ ਕਿਸਾਨਾਂ ਵਾਲੇ ਮਸਲੇ 'ਚ ਜੇਲ੍ਹ ਗਿਆ, ਜਾਂ ਮੇਰਾ ਕੋਈ ਹੋਰ ਪਰਚਾ ਸੀ ਜਿਹਦੇ 'ਚ 5 ਸਾਲ ਦੀ ਸਜ਼ਾ ਹੋਈ ਆ ਉਹਦੇ 'ਚ ਗਿਆ, ਕਿ ਤੁਸੀਂ ਆਪ ਤਾਂ ਯਾਰ ਸੱਚ ਬੋਲੋ। ਫਿਰ ਤੁਸੀਂ ਕਹੋ ਅਸੀਂ ਇਲੈਕਸ਼ਨ ਲੜਨਾ, ਵਾਰਸ ਪੰਜਾਬ ਦੇ ਬਣਾਉਣਾ, ਆਹ ਚੀਜ਼ ਬਣਾਉਣੀ। ਇੱਕ ਪਾਸੇ ਤੁਸੀਂ ਆਪਦੀਆਂ ਕਹਿ ਦਿੰਦੇ ਹੋ ਅਸੀਂ ਮੁੱਖ ਮੰਤਰੀ ਬਣਾਉਣਾ, ਦੂਜੇ ਪਾਸੇ ਤੁਸੀਂ ਕਹਿੰਦੇ ਹੋ ਅਸੀਂ ਇਲੈਕਸ਼ਨ ਲੜਨਾ ਹੀ ਨਹੀਂ। ਇੱਕ ਪਾਸੇ ਇਹਨਾਂ ਦੇ ਬਾਹਰਲੇ ਬੰਦੇ ਵੀ ਕਹਿੰਦੇ ਆ ਤੁਸੀਂ ਇਕੱਠੇ ਹੋਵੋ ਤੇ ਸਿਸਟਮ ਬਦਲੋ। ਸਿਸਟਮ ਕਿਵੇਂ ਬਦਲਿਆ ਜਾਊਗਾ? ਦੂਜੇ ਪਾਸੇ ਕਹਿੰਦੇ ਇਹਨਾਂ ਨੂੰ ਲਾਲਚ ਕੋਈ ਨਹੀਂਗਾ। ਨਹੀਂ ਫਿਰ ਇਹ ਹੱਲ ਕਿਵੇਂ ਹੋਊਗਾ ਮਸਲਾ? ਚਲੋ ਜੇ ਦੋਨੋਂ ਇਕੱਠੇ ਚੱਲਦੇ ਨੇ, ਇੱਕ ਦੂਜੇ ਜੇ ਨਿੰਦਣਗੇ ਇੱਕ ਦੂਜੇ ਨੂੰ ਬੈਠ ਕੇ ਤਾਂ ਇਹ ਨਿੰਦਦੇ ਰਹਿਣਗੇ, ਤਾਂ ਫਿਰ ਹੱਲ ਕਿਵੇਂ ਹੋਊਗਾ ਮਸਲਾ? ਕੀ ਦੋਨਾਂ ਦੀ ਵਿਚਾਰਧਾਰਾ ਅਲੱਗ-ਅਲੱਗ ਹੈ, ਦੋਨੋਂ ਇੱਕ ਦੂਜੇ ਨੂੰ ਉਹ ਆਦੀ ਇਸ ਵਿਚਾਰਧਾਰਾ ਨੂੰ ਲੈ ਕੇ ਲੱਗ ਨੇ, ਇਹ ਲੱਗ ਹੈ ਵੀ ਚਲੋ ਠੀਕ ਹੈ ਮੈਂ ਇਹਦੀ ਗੱਲ ਨਹੀਂ ਮੰਨੀ, ਮੈਂ ਇਹਦੀ ਗੱਲ ਨਹੀਂ ਮੰਨੀ, ਇਹਦਾ ਹੱਲ ਕੀ ਹੈ? ਮੇਨ ਤਾਂ ਆਪਾਂ ਹੱਲ ਦੀ ਗੱਲ ਕਰੀਏ ਨਾ, ਨਿੰਦਣ ਲਈ ਤਾਂ ਬਹੁਤ ਹੈਗਾ ਸੋਸ਼ਲ ਮੀਡੀਆ, ਇੱਕ ਦੂਜੇ ਨੂੰ ਨਿੰਦੀ ਜਾਂਦੇ ਨੇ ਬੈਠ ਕੇ, ਇੱਕ ਦੂਜੇ ਨੂੰ ਗਾਲਾਂ ਵੀ ਕੱਢੀ ਜਾਂਦੇ ਨੇ, ਪਰ ਉੱਥੇ ਗੱਲ ਨਹੀਂ ਮੁੱਕਦੀ ਨਾ, ਗੱਲ ਤਾਂ ਫਿਰ ਪੰਜਾਬ ਜਾ ਕੇ ਟਿਕ ਜਾਂਦੀ ਹੈ। ਇਹਦਾ ਹੱਲ ਕੀ ਹੈਗਾ? ਜਿੰਨੇ ਪੰਜਾਬ ਲਈ ਕੰਮ ਕਰਨਾ ਹੈ, ਜਿਹੜਾ ਪੰਜਾਬ ਦੇ ਭਲੇ ਲਈ ਸੋਚਦਾ ਹੈ ਬਈ, ਉਹ ਇਕੱਠ ਵੀ ਲੈ ਕੇ ਜਾਂਦਾ ਦਿੱਲੀ। ਉਹ ਕਦੇ ਕਿਸਾਨ ਆਗੂਆਂ ਤੋਂ ਸਵਾਲ ਕਰਨੇ ਅਲੱਗ ਚੀਜ਼ ਹੈ, ਸਵਾਲ ਅਸੀਂ ਵੀ ਕਰਦੇ ਹਾਂ, ਸਾਡੇ ਕਿਹੜਾ ਉਹਨਾਂ ਨਾਲ ਕੋਈ ਸੰਧੀ ਹੋਈ ਹੈ ਕਿਸਾਨ? ਕਿਵੇਂ ਸਵਾਲ ਕਰਨੇ ਹੋ ਤੁਸੀਂ? ਵੀ ਅਗਲਾ ਕੀ ਐਕਸ਼ਨ ਹੈ, ਜਾਂ ਅਸੀਂ ਕਹਿੰਦੇ ਹਾਂ ਕੋਈ ਪ੍ਰੋਗਰਾਮ ਦਿਓ ਹੋਰ, ਹੈ ਨਾ। ਇਸ ਲੈਵਲ ਦੇ ਆਗੂਆਂ ਨੂੰ ਸਵਾਲ ਅਸੀਂ ਵੀ ਕਰਦੇ ਹਾਂ ਕਿ ਹੁਣ ਅਗਲੀ ਰਣਨੀਤੀ ਕੀ ਹੈ, ਉਸ ਲੈਵਲ ਦੇ ਸਵਾਲ ਕਰਨੇ। ਪਰ ਆਪਦੇ ਲਾਈਵ ਸੋਸ਼ਲ ਮੀਡੀਆ ਤੇ ਆ ਕੇ ਨਿੰਦ ਦੇਣਾ ਕਿ ਤਾਂ ਬੁੜੇ ਨੇ, ਇਹਨਾਂ ਦੇ ਪੱਲੇ ਕੱਛ ਨਹੀਂ, ਅਸੀਂ ਉਹਨਾਂ ਨੂੰ ਨੀਵਾਂ ਦਿਖਾਉਂਦੇ ਹਾਂ, ਕਿ ਲੋਕਾਂ 'ਚ ਭਰਮ ਪਾਉਂਦੇ ਹਾਂ ਕਿ ਸਾਰਾ ਕੁਝ ਅਸੀਂ ਸਹੀ ਕਰ ਰਹੇ ਹਾਂ। ਲੱਖੇ ਨੇ ਤਾਂ ਕੀਤਾ ਨਹੀਂ। ਲੱਖਾ ਤਾਂ ਕਹਿੰਦਾ ਕਿਸਾਨ ਜਿੰਨਾ ਚਿਰ ਮੋਰਚਾ ਚੱਲਦਾ ਉਹਨਾਂ ਚਿਰ ਕੁਛ ਨਹੀਂ, ਉਹਦੀ ਤਾਕਤ ਵਧਾਓ, ਕਿਸਾਨ ਮੋਰਚੇ ਦੀ ਤਾਕਤ ਵਧਾਓ, ਦਿੱਲੀ ਮੋਰਚੇ ਦੀ ਤਾਕਤ ਵਧਾਓ, ਆਪਾਂ ਆਪਣੇ ਬਿੱਲ ਰੱਦ ਕਰਾਉਣੇ ਨੇ, ਰਾਜਨੀਤੀ ਉਦੋਂ ਬਾਅਦ ਲੜਾਂਗੇ। ਲੱਖਾ ਤਾਂ ਸ਼ਰੇਆਮ ਬਾਂਹ ਖੜੀ ਕਰਕੇ ਕਹਿੰਦਾ ਇਲੈਕਸ਼ਨ ਲੜਨਾ ਹੱਕ ਹੈ, ਔਰ ਲੜਨਾ ਵੀ ਚਾਹੀਦਾ। ਤੁਸੀਂ ਇੱਕ ਪਾਸੇ ਤਾਂ ਅੰਦਰ ਟੇਬਲ ਅੰਦਰ ਕਮਰੇ 'ਚ ਤਾਂ ਕਹਿੰਦੇ ਹੋ ਅਸੀਂ ਇਲੈਕਸ਼ਨ ਲੜਨਾ, ਪਾਰਟੀਆਂ ਬਣਾਉਣ ਤੱਕ ਜਾਂਦੇ ਹੋ, ਬਾਹਰ ਤੁਸੀਂ ਆ ਕੇ ਲੋਕਾਂ ਨੂੰ ਕਹਿੰਦੇ ਅਸੀਂ ਕਰਨਾ ਕੁਛ ਨਹੀਂ, ਹੈ ਨਾ। ਕਿ ਤੁਹਾਡੇ 'ਚ ਫਰਕ ਹੀ ਰਹਿ ਗਿਆ। ਫਿਰ ਜਿੱਥੇ ਬੇਅਦਬੀਆਂ ਦੇ ਮਸਲੇ ਹੁੰਦੇ ਨੇ, ਤੁਸੀਂ ਅਕਾਲੀ ਦਲ ਤੇ ਤਾਂ ਸਵਾਲ ਚੱਕਿਆ ਨਹੀਂ। ਹੁਣ ਤੁਸੀਂ ਅਮਿਤ ਸ਼ਾਹ ਨੇ ਉਹ ਪੋਸ਼ਾਕ ਪਵਾਤੀ, ਹੈ ਨਾ, ਪੂਰੀ ਇੱਕ ਘੁੰਨੇ ਮੁੰਨੇ ਬੰਦੇ ਨੂੰ, ਹਜੂਰ ਸਾਹਿਬ ਸਾਡੇ ਪਵਿੱਤਰ ਸਾਡਾ ਤਖਤ ਨੇ, ਉੱਥੇ ਉਹਨੂੰ ਪੋਸ਼ਾਕ ਪਵਾਤੀ ਬੰਦੇ ਨੂੰ, ਜਿਹਦੇ ਨਾਲ ਸਾਡਾ ਸਭ ਤੋਂ ਵੱਡਾ ਵਿਰੋਧ ਹੈ। ਉਸ ਬੰਦੇ ਬਾਰੇ ਤੁਹਾਡਾ ਤਾਂ ਇੱਕ ਜ਼ੁਬਾਨ 'ਚ ਇੱਕ ਸ਼ਬਦ ਵੀ ਨਹੀਂ ਫੁੱਟਿਆ। ਫਿਰ ਤੁਸੀਂ ਕਹਿੰਦੇ ਹੋ ਕਿ ਬੰਦੇ ਦੇ ਜਿਹੜੀਆਂ ਹਰਕਤਾਂ ਹੁੰਦੀਆਂ ਨੇ ਉਹੀ ਦੱਸਦੀਆਂ ਨੇ ਕਿ ਤੁਸੀਂ ਪੰਜਾਬ ਪੱਖੇ ਹੋ ਕਿ ਪੰਜਾਬ ਵਿਰੋਧੀ ਹੋ। ਨਾ ਅਕਾਲੀ ਦਲ ਨੇ ਕੁਛ ਬੋਲਿਆ ਅਮਿਤ ਸ਼ਾਹ ਬਾਰੇ, ਨਾ ਕਿਸੇ ਇਹਨਾਂ ਨੇ ਦੀਪ ਸਿੱਧੂ ਕਿਸੇ ਹੋਰ ਗਰੁੱਪ ਨੇ ਬੋਲਿਆ। ਕਿਉਂ ਬਈ? ਔਰ ਦੂਜੇ ਪਾਸੇ ਅਕਾਲੀ ਦਲ ਵੀ ਉਹ ਵੀ ਕਹਿੰਦੇ ਅਸੀਂ ਪੰਥਕ, ਉਹ ਕਹਿੰਦੇ ਅਸੀਂ ਕਿਸਾਨਾਂ ਦੇ ਮਸਲੇ ਤੇ ਗਏ ਹਾਂ। ਇੱਕ ਵੀ ਜਾਂ ਤਾਂ ਕਾਲੇ ਝੰਡੇ ਹੁੰਦੇ ਰੋਸ ਦੇ, ਜਾਂ ਇਹਨਾਂ ਦੇ ਝੰਡੇ ਹੁੰਦੇ ਕਿ ਕਿਸਾਨੀ ਵਾਲੇ। ਇੱਕ ਵੀ ਝੰਡਾ ਦਿਖਾ ਦਿਓ ਉੱਥੇ ਕਿਸਾਨੀ ਵਾਲਾ, ਸਾਰੇ ਅਕਾਲੀ ਦਲ ਦੇ ਝੰਡੇ ਸੀ। ਫਿਰ ਉੱਥੇ ਬੈਠੇ ਕਿਉਂ ਨਹੀਂ? ਬੈਠੇ ਉਹ ਤਾਂ ਉੱਥੇ ਲਾਉਂਦੇ ਪਾਰਲੀਮੈਂਟ ਅੱਗੇ ਮੋਰਚਾ, MLA MP ਜਾਂਦੇ ਸਾਰੇ। ਕਿ ਇਹਨਾਂ ਦੇ ਆਪਦੇ ਕਿਰਦਾਰ ਤਾਂ ਦੇਖੋ ਨਾ, ਤੇ ਨਿੰਦੀ ਜਾਣਾ ਉਹਨਾਂ ਨੂੰ। ਮੈਂ ਫਰਜ਼ ਕਰੂੰ ਬਈ, ਮੈਂ ਕਹਾਂ ਵੀ ਤੁਸੀਂ ਮਾੜੇ ਹੋ ਜਾਂ ਤੁਹਾਡੀ ਪਾਲਿਸੀ ਮਾੜੀ ਹੈ, ਉਸ ਪਾਲਿਸੀ ਦੇ ਪੈਰਲਰ ਮੈਂ ਆਪਦੀ ਪਾਲਿਸੀ ਤਾਂ ਦਊਂਗਾ ਨਾ, ਕਿ ਆਹ ਦੇਖੋ ਜੀ ਇਹ ਬਾਈ ਜੀ ਦੀ ਪਾਲਿਸੀ ਮਾੜੀ ਹੈ, ਇਹਦੇ ਨਾਲ ਇਹਦਾ ਆਹ ਨੁਕਸਾਨ ਹੋਊਗਾ, ਵੀ ਆਹ ਕੰਮ ਆਪਾਂ ਨੂੰ ਆਹ ਕੰਮ ਕਰਨਾ ਚਾਹੀਦਾ। ਅਸੀਂ ਸਿਰਫ ਨਿੰਦ ਤਾਂ ਰਹੇ ਹਾਂ, ਆਪ ਕੋਈ ਦਿੰਦੇ ਨਹੀਂ। ਕਿ ਮਰਨ ਵੀ ਆਗੂ, ਮਾੜੇ ਵੀ ਆਗੂ, ਸਭ ਕੁਝ ਕਰਨ ਵੀ ਕਿਸਾਨ ਆਗੂ, ਤੇ ਆਪਾਂ ਬਸ ਨਿੰਦਣਾ ਹੀ ਆ। ਹਾਂ, ਹੱਲ ਤਾਂ ਕੋਈ ਹੋਣਾ ਚਾਹੀਦਾ ਨਾ। ਵੀ ਆਪਾਂ ਚਲੋ ਬਹੁਤ ਨਿੰਦ ਕੇ ਦੇਖ ਲਿਆ, ਬਹੁਤ ਲੋਕੀ ਬੋਲਦੇ ਨੇ ਸੋਸ਼ਲ ਮੀਡੀਆ ਦੇ ਉੱਤੇ, ਕੋਈ ਕਿਹਦੀਆਂ ਫੋਟੋ ਪਾ ਕੇ ਬੋਲਦਾ, ਕੋਈ ਕਿਹਦੀਆਂ ਫੋਟੋ ਪਾ ਕੇ ਬੋਲਦਾ। ਇਹ ਹੱਲ ਵੀ ਤਾਂ ਦੇਣ ਨਾ, ਵੀ ਆਹ ਹੱਲੇ ਦਾ ਆਹ ਵਾਲਾ ਹੈਗਾ। ਜੇ ਹੱਲ ਨਹੀਂ ਦਓਗੇ ਇਹ ਤਾਂ ਚੱਲਦਾ ਰਹਿਣਾ ਸਿਸਟਮ ਸਾਰੀ, ਇਹ ਤਾਂ ਫਿਰ ਬੋਲੀ ਜਾਣਾ ਐਵੇਂ ਕਰਕੇ। ਜੇ ਦੀਪ ਤੇ ਲੱਖਾ ਜੇ ਇਕੱਠੇ ਹੁੰਦੇ ਨੇ, ਡਿਪਟੀ ਬਾਦ ਸਾਹਿਬ ਨੇ ਕਹਿਤਾ ਸੀ ਵੀ ਮੈਂ ਇਕੱਠੇ ਕਰਤੇ ਨੇ, ਇਕੱਠੇ ਨਹੀਂ ਹੋਏ। ਹੁਣ ਹੱਲ ਕੀ ਇਹਦਾ? ਕਿ ਇੱਕ ਦੂਜੇ ਖਿਲਾਫ ਬੋਲਦੇ ਰਹਿਣਗੇ, ਇੱਕ ਦੂਜੇ ਨੂੰ ਐਂ ਬੋਲਦੇ ਰਹਿਣਗੇ, ਤਾਂ ਫਿਰ ਜਿਹੜੇ ਨੌਜਵਾਨ ਬਾਕੀ ਨੇ ਉਹਨਾਂ ਦਿਮਾਗ 'ਤੇ ਕੀ ਅਸਰ ਪਊਗਾ? ਵੀ ਆਪ ਤਾਂ ਇਕੱਠੇ ਹੋ ਨਹੀਂ ਸਕਦੇ ਤੇ ਸਾਨੂੰ ਕੀ ਇਕੱਠੇ ਕਰ ਲੈਣਗੇ? ਮੈਂ ਉਹੀ ਗੱਲ ਕਹਿ ਰਿਹਾ, ਦੇਖੋ ਜਿੰਨੇ ਹੱਲ ਦੇਣਾ ਹੁੰਦਾ, ਮੈਂ ਲੱਖੇ ਨੇ ਕਦੇ ਵੀ ਇੱਕ ਵੀ ਸ਼ਬਦ ਨਹੀਂ ਬੋਲਿਆ, ਨਿੰਦਿਆ ਨਹੀਂ ਦੀਪ ਨੂੰ, ਪਰ ਉਹ ਨਿੰਦੀ ਜਾਂਦੇ ਨੇ। ਉਹ ਆਪਦੇ ਬੰਦਿਆਂ ਤੋਂ, ਹੁਣ ਸਭ ਨੂੰ ਪਤਾ ਕਿਹੜਾ ਬੰਦਾ ਉਹਦੇ ਨਾਲ ਕਿਹਦੇ ਲਈ ਕੀ ਕੰਮ ਕਰਦਾ, ਪਰ ਇਹਨਾਂ ਨੇ ਤਾਂ ਨਿੰਦਿਆ ਨਹੀਂ। ਇਹ ਤਾਂ ਪੰਜਾਬ ਲਈ ਕੰਮ ਕਰਨਾ, ਉਹਦੇ 'ਚ ਲੱਗੇ ਆ। ਹੁਣ ਅਸੀਂ ਆਗੂਆਂ ਨੂੰ ਵੀ ਕਹਿੰਦੇ ਹਾਂ, ਸਟੇਜਾਂ ਤੋਂ ਵੀ ਕਹਿੰਦੇ ਹਾਂ ਕਿ ਪ੍ਰੋਗਰਾਮ, ਹੁਣ ਮੈਂ ਕਿਹਾ ਸੀ ਕਿ ਜੀ ਆਪਾਂ ਧਰਨਾ ਬਹੁਤ ਲਾ ਲਿਆ, ਹੁਣ ਆਪਾਂ ਨੂੰ ਹੜਤਾਲ ਕਰਨੀ ਚਾਹੀਦੀ ਹੈ। ਕਿਸਾਨਾਂ ਦੀ ਹੜਤਾਲ ਕੀ ਹੈ? ਕਿ ਦਿੱਲੀ ਵਰਗੇ ਸ਼ਹਿਰ ਨੂੰ ਇੱਕ ਵਾਰ ਐਕਸਪੈਰੀਮੈਂਟ ਕਰਕੇ ਵੇਖ ਲਓ, ਵੀ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਬੰਦ ਕਰ ਦਿਓ। ਸਲਾਹ ਦੇਣੀ ਹੈ ਵੀ ਇਹਦਾ ਹੁੰਦਾ ਕਿ ਸਲਾਹ ਦਿੱਤੀ ਤੇ ਸਵਾਲ ਕਰ ਲੈਣਾ ਕੋਈ, ਜਾਂ ਮਸ਼ਵਰਾ ਦੇ ਦੇਣਾ ਕਿ ਪ੍ਰੋਗਰਾਮ ਇਸ ਤਰੀਕਾਂ ਦੀ ਪ੍ਰੋਗਰਾਮ। ਪਰ ਇਹ ਕੀ ਲੋਕਾਂ ਦੇ ਦਿਮਾਗ 'ਚ ਕੀ ਪਾਉਂਦੇ ਨੇ? ਇਹੋ ਜਿਹਾ ਪ੍ਰੋਗਰਾਮ ਦੇ ਵੀ ਅਸੀਂ ਬੈਰੀਗੇਡ ਤੋੜ ਦਈਏ, ਅਸੀਂ ਭਿੜੀਏ। ਭਿੜਨ ਨਾਲ ਕੀ ਹੋਊਗਾ? ਸਾਡਾ ਮੋਰਚਾ ਖਤਮ ਹੋ ਜਾਊਗਾ, ਸਰਕਾਰ ਨੂੰ ਮੌਕਾ ਮਿਲ ਜਾਊਗਾ। ਇਹਨਾਂ ਦੀਆਂ ਬਿਆਨਬਾਜ਼ੀਆਂ ਉਹ ਝਲਕਦੀਆਂ ਨੇ। ਲੱਖੇ ਦੀ ਬਿਆਨਬਾਜ਼ੀਆਂ 'ਚ ਇਹ ਝਲਕਦਾ, ਜਾਂ ਸਾਡੇ ਸੁਝਾਅ ਜਾਂ ਆਗੂ ਕਿਸਾਨ ਆਗੂਆਂ ਦੇ ਸੁਝਾਅ 'ਚ ਇਹ ਹੁੰਦਾ ਕਿ ਅਸੀਂ ਸ਼ਾਂਤੀ ਰੱਖਣੀ ਹੈ,
ਆਪਦੀ ਪਾਵਰ, ਆਪਦੀ ਮੈਜੋਰਟੀ, ਆਪਦੇ ਸਾਡੀਆਂ ਗਿਣਤੀ ਨਾਲ, ਸਾਡੀਆਂ ਇਕੱਠਾਂ ਨਾਲ, ਜਿੰਨਾ ਅਸੀਂ ਭਾਰੀ ਇਕੱਠ ਕਰਦੇ ਹਾਂ ਤਾਂ ਉਹਦੇ ਨਾਲ ਸਰਕਾਰ, ਯੂਪੀ ਸਰਕਾਰ ਦੇ ਵਿੱਚ ਜਿਹੜਾ ਮੁਜ਼ੱਫਰਨਗਰ ਇਕੱਠ ਹੋਇਆ ਹਿੱਲੀ ਹਨਾ, ਇਹ ਉਹਨੂੰ ਵੀ ਨਿੰਦੀ ਜਾਂਦੇ ਆ। ਜੇ ਅਸੀਂ ਪੈਰਲਰ ਸੰਸਦ ਚਲਾਈ ਹੈ ਹੁਣ, ਉਹਦੇ 'ਚ ਜਿਹੜੇ ਆਇਡੈਂਟੀਫਾਈ ਕੀਤੇ ਹਨਾ, ਮੈਂ ਵੀ ਗਿਆ ਉਹਦੇ ਵਿੱਚ, ਉਹ ਜਿਹੜੇ ਆਇਡੈਂਟੀਫਾਈ ਕਾਰਡ ਸੀ, ਕਾਰਡ ਜ਼ਰੂਰੀ ਸੀ ਤਾਂ ਜੋ ਸਰਕਾਰ ਕੋ ਸਪੈਟ ਪਾ ਕੇ ਗਲਤ ਬੰਦੇ ਕਰਕੇ ਕੋਈ ਉੱਥੇ ਵਾਇਲੈਂਸ ਨਾ ਕਰਾ ਦੇ। ਉਹ ਆਇਡੈਂਟੀ ਕਾਰਡ ਤਾਂ ਅਸੀਂ ਆਪ ਇਸ਼ੂ ਕੀਤੇ, ਆਪ ਪ੍ਰਿੰਟ ਕਰਾਏ ਆਪਣੇ, ਉਹਦੇ 'ਚ ਸਰਕਾਰ ਦੇ ਤਾਂ ਆਇਡੈਂਟੀ ਕਾਰਡ ਹੈ ਨਹੀਂ ਸੀ ਨਾ, ਸਰਕਾਰ ਨੇ ਦਿੱਤੇ ਸੀ। ਈਵਨ ਕਿ ਸਰਕਾਰ ਸਾਨੂੰ ਸਕਾਊਟ ਨਹੀਂ ਸੀ ਕਰਦੀ। ਜੇ ਤਾਂ ਅਸੀਂ ਗਏ ਹੋਈਏ, ਸਾਨੂੰ ਪਤਾ ਹੋਵੇ, ਅਸੀਂ ਤਾਂ ਸਿਰਫ ਨਿੰਦਣਾ ਹੈ ਸੋਸ਼ਲ ਮੀਡੀਆ 'ਤੇ ਬਹਿ ਕੇ, ਗਰਾਊਂਡ 'ਤੇ ਤਾਂ ਕੰਮ ਨਹੀਂ ਕਰਨਾ। ਸਰਕਾਰ ਉੱਥੇ ਅੱਗੇ ਜਿਪਸੀਆਂ, ਪਿੱਛੇ ਜਿਪਸੀਆਂ ਇਸ ਕਰਕੇ ਲੱਗਦੀਆਂ ਸੀ ਕਿ ਲੋਕਾਂ ਨੂੰ ਇਹ ਦਿਖਾਉਣ ਲਈ ਕਿ ਆਹ ਦੇਖੋ ਇਹ ਅੱਤਵਾਦੀ ਨੇ, ਇਹ ਗਲਤ ਅਨਸਰ ਨੇ, ਇਹ ਤਾਂ ਜੋ ਤੁਹਾਡੇ ਨਾਲ ਕੁਝ ਖਰਾਬੀ ਨਾ ਕਰਨ, ਅਸੀਂ ਇਹਨਾਂ ਨੂੰ ਇਹਨਾਂ ਨੂੰ ਤੁਹਾਡੇ ਤੋਂ ਬਚਾ ਕੇ ਲਿਜਾ ਰਹੇ ਹਾਂ। ਸਰਕਾਰ ਇਸ ਕਰਕੇ ਸਾਡੇ ਤੇ ਉੱਥੇ ਕਰਦੀ ਸੀ। ਪਰ ਇਹਨਾਂ ਨੇ ਕੀ ਪੇਸ਼ ਕੀਤਾ ਕਿ ਇਹਨਾਂ ਦੇ ਗਲਾਂ 'ਚ ਪੱਟੇ ਪਾਤੇ ਜੀ, ਇਹਨਾਂ ਦੇ ਗਲਾਂ 'ਚ ਪਾਤਾ ਜੀ, ਇਹਨਾਂ ਨੂੰ ਸਕਿਉਰਟ ਕਰਦੇ। ਸਕਿਉਰਟ ਨਹੀਂ ਸੀ ਕਰਦੇ, ਸਾਨੂੰ ਜਲੀਲ ਕਰਦੇ ਸੀ ਉਹ। ਪਰ ਅਸੀਂ ਫਿਰ ਵੀ ਅੜ ਕੇ ਸੰਸਦ ਚਲਾਈ। ਉੱਥੇ ਓਪੋਜੀਸ਼ਨ ਕਾਂਗਰਸ ਸਾਰੀ ਆ ਕੇ ਬੈਠੀ ਸੀ ਨਾ, ਉੱਥੇ ਕਿਉਂ ਬੈਠੀ ਸੀ? ਪਾਵਰ ਨਹੀਂ। ਇੱਕ ਦਿਨ ਵੀ ਸੰਸਦ ਨਹੀਂ ਚੱਲੀ ਇਸ ਵਾਰ ਦੇ 70 'ਚ, ਸਭ ਨੂੰ ਪਤਾ, ਸਭ ਨੇ ਮੀਡੀਆ ਦੇਖਿਆ, ਮੋਦੀ ਨੂੰ ਬੋਲਣ ਨਹੀਂ ਦਿੱਤਾ। ਇਹ ਪਾਵਰ ਨਹੀਂ ਗੀ। ਤੇ ਫਿਰ ਵੀ ਨਿੰਦੀ ਜਾਣਾ ਵੀ ਇਹ ਬਹੁਤ ਮਾੜੀ ਗੱਲ ਆ ਕਿ ਹਾਂ, ਜੇ ਤੁਸੀਂ ਨਿੰਦੋ ਪਰ ਉਹਦੇ ਨਾਲ ਆਪਦਾ ਪੈਰਲਰ ਦਿਓ ਨਾ। ਕਿ ਤੁਸੀਂ ਕਹਿੰਦੇ ਹੋ ਬੀ ਪਲਾਨ, ਮੈਨੂੰ ਅੱਜ ਤੱਕ ਦੱਸ ਦਿਓ ਕਿ ਦੀਪ ਸਿੱਧੂ ਬਾਈ ਦਾ ਬੀ ਪਲਾਨ ਕੀ ਆ, ਅੱਜ ਤੱਕ ਦੱਸਿਆ ਹੋਵੇ। ਜਦੋਂ ਉਹਨੂੰ ਪੁੱਛਦਾ ਕੋਈ ਮੀਡੀਆ ਵਾਲਾ, ਕਹਿੰਦੇ ਸਾਹਮਣੇ ਨਹੀਂ ਦੱਸਿਆ ਜਾ ਸਕਦਾ। ਇੱਕ ਪਾਸੇ ਤੁਸੀਂ ਕਹਿੰਦੇ ਹੋ ਬੰਦ ਕਮਰਾ ਮੀਟਿੰਗਾਂ ਨਾ ਕਰੋ, ਦੂਜੇ ਪਾਸੇ ਕਹਿੰਦੇ ਜਦੋਂ ਬੀ ਪਲਾਨ ਪੁੱਛਦੇ ਆ ਤੁਸੀਂ ਕਹਿੰਦੇ ਸਾਹਮਣੇ ਨਹੀਂ ਦੇਣਾ। ਵੀ ਬੀ ਪਲਾਨ ਫਿਰ ਦਿਓ ਨਾ ਸੰਗਤ ਨੂੰ। ਤੁਸੀਂ ਕਹਿੰਦੇ ਹੋ ਇਹ ਆਗੂ ਕੁਛ ਨਹੀਂ ਕਰ ਜੋਗੇ, ਫਿਰ ਤੁਸੀਂ ਆਪ ਲੱਗੋ ਇਕੱਠ, ਇੱਕ ਵਾਰ ਇਕੱਠ ਹੀ ਕਰਕੇ ਦਿਖਾ ਦਿਓ ਯਾਰ। ਕਿਆ ਦੇਖੋ ਸਾਡੇ ਨਾਲ ਸੰਗਤ ਹੈ। ਤੁਸੀਂ ਤਾਂ ਜਿੱਥੇ ਇਕੱਠ ਹੁੰਦਾ, ਯੂਨੀਵਰਸਿਟੀ ਇਕੱਠ, ਉੱਥੇ ਤਰਲੇ ਮਿੰਨਤੇ ਕਰਕੇ ਗਏ, ਉੱਥੇ ਯੂਨੀਵਰਸਿਟੀ ਵੀ ਉਹ ਸੈਨੇਟ ਵਾਲੇ ਸਾਰੇ ਉੱਥੇ ਵੀ ਨਿੰਦਾ ਹੈ ਕਿ ਧਰਨੇ ਨਾਲ ਕੁਛ ਨਹੀਂ ਹੋਣਾ। ਨਾਲੇ ਤਾਂ ਤੁਸੀਂ ਮਿੰਨਤਾਂ ਕਰਕੇ ਜਾਂਦੇ ਹੋ ਉੱਥੇ, ਫਿਰ ਉੱਥੇ ਕਹਿੰਦੇ ਹੋ ਧਰਨੇ ਨਾਲ ਕੁਛ ਨਹੀਂ ਹੋਣਾ। ਤੁਸੀਂ ਜਾਂਦੇ ਹੋ ਕੇਸਗੜ੍ਹ ਸਾਹਿਬ ਹੈ ਨਾ, ਬੇਅਦਬੀ ਜਿਹੜੀ ਹੋਈ ਹੈ ਸੈਕਟ ਵਾਲੀ, ਬਹੁਤ ਮਾੜੀ ਕਿੱਡੀ ਘਟਨਾ ਹੋਈ, ਉੱਥੇ ਜਾ ਕੇ ਤੁਸੀਂ ਨਿੰਦਣ ਲੱਗ ਜਾਂਦੇ ਹੋ ਕਿਸਾਨ ਆਗੂਆਂ ਨੂੰ। ਮਸਲਾ ਉੱਥੇ ਬੇਅਦਬੀ ਦਾ ਹਨ। ਉੱਥੇ ਜਦੋਂ ਤੁਹਾਡਾ ਵਿਰੋਧ ਹੁੰਦਾ ਫਿਰ ਤੁਸੀਂ ਉੱਥੋਂ ਨਿਕਲ ਆਉਂਦੇ ਹੋ ਹਨ। ਤੁਸੀਂ ਸ਼ੁਰੂ ਕਰਦੇ ਹੋ 328 ਸਰੂਪਾਂ ਤੋਂ, ਧਰਨਾ ਲਾਉਂਦੇ ਹੋ। ਉੱਥੇ ਤੁਸੀਂ ਇੱਕ ਦਿਨ ਜਾਂਦੇ ਹੋ ਜਦੋਂ ਆਪਣਾ ਦਰਬਾਰ ਸਾਹਿਬ ਅੰਮ੍ਰਿਤਸਰ, ਉਦੋਂ ਬਾਅਦ ਉਹ ਮੋਰਚੇ ਦਾ ਕੀ ਬਣਿਆ ਕੀ ਨਹੀਂ ਬਣਿਆ। ਫਿਰ ਦੂਜੇ ਪਾਸੇ ਜਿਹੜੇ ਇਹਨਾਂ ਦੇ ਸਮਰਥਕ ਜਾਂ ਕਲਾਕਾਰਾਂ ਨੂੰ ਵੀ ਭੰਡਣਾ, ਤੇ ਇਹ ਵੀ ਤਾਂ ਕਲਾਕਾਰ ਹੀ ਹੈ ਸਾਡਾ ਭਰਾ ਹੈ ਨਾ, ਇਹ ਤਾਂ ਸਿੱਖ ਆ ਬਾਕੀ ਸਾਰੇ। ਪਰ ਸਿੱਖੀ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਕਿ ਸਿੱਖੀ ਸਿਰਫ ਇਹਨਾਂ ਕੋਲ, ਸਾਡੇ ਕੋਲ ਸਿੱਖੀ ਨਹੀਂ ਹੈ। ਇੱਕ ਪਾਸੇ ਜਦੋਂ ਕਰਦੇ ਨਾ, ਅਸੀਂ ਕਹਿੰਦੇ ਹਾਂ ਸਾਡੇ ਜਿਹੜੇ ਵੀ ਪ੍ਰਚਾਰਕ ਨੇ ਜਾਂ ਵਿਦਵਾਨ ਨੇ ਸਿੱਖ, ਉਹ ਕਹਿੰਦੇ ਕਿ ਜੇ ਸਿੱਖੀ ਦਿਲ 'ਚ ਹੈ, ਸਤਿਕਾਰ ਤਾਂ ਸਾਰੇ ਕਰਦੇ ਨੇ, ਪਰ ਜਿਸ ਹਿਸਾਬ ਨਾਲ ਇਹ ਬੋਲਦੇ ਨੇ ਸਿੱਖੀਜ਼ਮ ਤੇ, ਉਹ ਕਹਿੰਦੇ ਕਿ ਬੰਦੇ ਦੇ ਸਰੂਪ ਦੇ ਵਿੱਚੋਂ ਸਿੱਖੀ ਦਿਸ ਜਾਂਦੀ ਹੈ ਕਿ ਕਿੰਨਾ ਕੁ ਬੰਦਾ ਹੈ ਨਾ, ਕਿੰਨਾ ਕੁ ਉਹਦੇ 'ਤੇ ਮਹਾਨ ਹੋਊਗਾ, ਉਹਦੇ 'ਤੇ ਅਸਰ। ਤੇ ਤੁਸੀਂ ਕਹਿੰਦੇ ਹੋ ਕਿ ਪ੍ਰਗਟ ਹੋਊਗਾ ਸਾਡੇ ਤੇ ਸਰੂਪ ਪ੍ਰਗਟ ਨਹੀਂ ਹੁੰਦੇ। ਇਹਦਾ ਮਤਲਬ ਜਿਹੜੇ ਆਉਣ ਵਾਲੇ ਜਿਹੜੇ ਘੋਨੇ ਮੋਨੇ ਨੇ, ਜਿਨ੍ਹਾਂ ਨੇ ਆਪਣੇ ਸਿੱਖੀ ਚਾਹੁਣਾ, ਉਹ ਤਾਂ ਫਿਰ ਹਰੇਕ ਹੀ ਕਹਿ ਦੂਗਾ ਕਿ ਸਾਨੂੰ ਤਾਂ ਪ੍ਰਗਟ ਹੋਊਗਾ। ਪ੍ਰਗਟ ਥੋੜ੍ਹਾ ਹੋਊਗਾ, ਅਪਣਾਉਣਾ ਪਊਗਾ। ਜੇ ਅਸੀਂ ਅਪਣਾਵਾਂਗੇ ਤਾਂ ਸਰੂਪ ਅਪਣਾਵਾਂਗੇ ਤਾਂ ਹੌਲੀ ਹੌਲੀ ਉਹਦਾ ਅਸਰ ਸਾਡੇ ਸਿੱਖੀ 'ਤੇ ਵੀ ਹੋਊਗਾ। ਤੇ ਤੁਸੀਂ ਕਹਿੰਦੇ ਹੋ ਪ੍ਰਗਟ ਹੋਊਗਾ। ਆਪਦੇ ਆਪ ਨੂੰ ਠੀਕ ਕਰਨ ਲਈ ਕੋਈ ਮਰਜ਼ੀ ਕੁਛ ਵੀ ਬੋਲ ਦਿਓ। ਤੇ ਸਾਡੀ ਗੱਲਬਾਤ ਸੁਣੀਏ, ਸਾਡੇ ਨਾਲ ਮੌਜੂਦ ਸਨ। ਗੱਲ ਵੜਿਆ 'ਚ ਇੰਟਰੋ ਕਰਨ ਦਾ ਮਕਸਦ ਇਹ ਸੀ ਕਿ ਕਿਸਾਨੀ ਮੋਰਚੇ 'ਤੇ ਵੀ ਜਾ ਕੇ ਆਉਂਦੇ ਨੇ, ਤੇ ਦੂਸਰੇ ਪਾਸੇ ਲੱਖੇ ਦੇ ਦੀਪ ਨੂੰ ਲੈ ਕੇ ਵੀ ਬੜੀ ਚਰਚਾ ਬਣੀ ਹੋਈ ਸੀ ਵੀ ਇਕੱਠੇ ਕਿਉਂ ਨਹੀਂ ਹੁੰਦੇ, ਕੀ ਗੱਲ ਹੈਗੀ। ਅਲੱਗ-ਅਲੱਗ ਤਰੀਕੇ ਨਾਲ ਸੋਸ਼ਲ ਮੀਡੀਆ 'ਤੇ ਇਹ ਚੱਲਿਆ ਹੋਇਆ। ਤੁਸੀਂ ਕਿਸੇ ਨੂੰ ਸੋਸ਼ਲ ਮੀਡੀਆ ਦੇ ਉੱਤੇ ਰੋਕ ਤਾਂ ਨਹੀਂ ਸਕਦੇ, ਪਰ ਇੱਕ ਗੱਲ ਪੱਕੀ ਹੈ ਵੀ ਚੀਜ਼ਾਂ ਨੂੰ ਸਮਝ ਕੇ ਸੋਚ ਕੇ ਫਿਰ ਬੋਲਣਾ ਚਾਹੀਦਾ। ਕੋਈ ਕਿਸੇ ਦਾ ਸਪੋਰਟਰ ਵੀ ਹੋ ਸਕਦਾ, ਸਮਰਥਕ ਵੀ ਹੋ ਸਕਦਾ, ਜੀ ਸੱਦ ਕੇ ਸਮਰਥਕ ਹੋਵੇ ਜਾਂ ਸਪੋਰਟਰ ਹੋਵੇ, ਪਰ ਗੱਲ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਵੀ ਪੰਜਾਬ ਦੇ ਹੱਕ ਵਿੱਚ ਗੱਲ ਜਾਵੇ। ਸਵਾਲ ਸਭ ਤੋਂ ਵੱਡਾ ਹੀ ਹੋਣਾ ਚਾਹੀਦਾ ਵੀ ਪੰਜਾਬ ਦੇ ਹੱਕ ਵਾਸਤੇ ਕਿਹੜਾ ਵਿਅਕਤੀ, ਕਿਹੜਾ ਨੌਜਵਾਨ ਇਹ ਚਾਹੁੰਦਾ ਵੀ ਪੰਜਾਬ ਨੂੰ ਇੱਕ ਵਧੀਆ ਤੇ ਸ਼ਾਨਦਾਰ ਭਵਿੱਖ ਦਈਏ। ਸਵਾਲ ਇਸ ਉੱਪਰ ਹੈ। ਬਾਕੀ ਪੰਜਾਬ ਵਿੱਚ ਕੋਈ ਵੀ ਚੋਣਾਂ ਲੜੇ, ਸਭ ਦੀ ਆਜ਼ਾਦੀ ਹੈ, ਸਭ ਨੂੰ ਬੋਲਣ ਦੀ ਆਜ਼ਾਦੀ ਹੈ, ਚਾਹੇ ਸੋਸ਼ਲ ਮੀਡੀਆ, ਪਰ ਇੱਕ ਮਰਿਆਦਾ ਹੋਣੀ ਚਾਹੀਦੀ ਸੋਸ਼ਲ ਮੀਡੀਆ 'ਤੇ ਬੋਲਣ ਵਾਸਤੇ ਵੀ ਬੋਲਿਆ ਕੀ ਜਾ ਰਿਹਾ। ਤਾਂ ਦੂਸਰੇ ਪਾਸੇ ਕਿਸਾਨੀ ਮੋਰਚੇ ਲੈ ਕੇ ਅੱਜ ਵੀ ਬਜ਼ੁਰਗ ਉੱਥੇ ਬੈਠੇ ਹੋਏ ਨੇ, ਨੌਜਵਾਨ ਬੈਠੇ ਨੇ, ਮਾਤਾ ਬੈਠੀਆਂ, ਭੈਣਾਂ ਬੈਠੀਆਂ ਵੀ ਕਾਲੇ ਕਾਨੂੰਨ ਰੱਦ ਹੋਣੇ ਚਾਹੀਦੇ ਨੇ। ਮੋਰਚਾ ਚਾਹੇ ਲੰਬਾ ਚਲਾ ਗਿਆ, ਪਰ ਸਬਰ ਵੀ ਹੈ ਤੇ ਸੰਤੋਖ ਵੀ ਹੈ। ਜੋ ਵੀ ਵਿਅਕਤੀ ਸਬਰ ਤੇ ਸੰਤੋਖ ਰੱਖਦਾ, ਜਿੱਤ ਉਸਦੀ ਲਾਜ਼ਮੀ ਹੁੰਦੀ ਹੈ।